टेलीविजन भी आता कि नहीं? नहीं मोबाइल तो चलता है तो वो बाहर लाइव हो मोबाइल से ही
मैं देख के दोबारा लिंक सेंड कर रहा हूँ। बेशक पाओ जी जाने मड़ा कड़ी तेल पानो कोई फर्क नहीं पैंदा। मालिक परमात्मा अकाल पुरख वाहिगुरू ने देखे कलिया सी उस नूं भोगदियां होइयां रिश्तेदार साथ संबंधी धीआं पुत्र पोतरे पोतरे दोतरियां नूं हमेशा हमेशा करके थोड़ा रहेगा जिन्होंने अंतम अरदास सतगुरु गुरु सरस्वती पातशाह जी पावन जरूरी शब्द गुरबाणी कीर्तन राही हाजरियां भर रहे हैं। गुरु कहते सब तो पहला को अपनी हाजरी सतगुरु की पावन जरूरी लगाइए। प्यारे अजय गुरु जी गुरु जी का खालसा गुरु जी की फतेह। पहला शब्द भगत फरीद साहब जी भगत रविदास साहब जी महाराज उन्होंने पावन रसना द्वारा उच्चारण किया गया। सोलठ नार के अंदर बैरागमई शब्द जिहदे राही भगत रविदास साहब जी महाराज सानू समझाते हैं प्राणी क्या मेरा क्या तेरा जैसे परवर पंख बसेरा। शरीर का सारा ढांचा जिवें बने है जिवें नासवान होना है उवें उवें सतगुरु गुरु ग्रंथ साहिब पातशाह जी की बाणी सानू समझाती है। इस पावन शब्द राही भी भगत रविदास साहब जी महाराज ने सानू समझाने का यत्न किया। बनिया किस तरह कहते जल की पीत पवन का थंबा रक्त बुंद का हरा हाड़ मांस नाड़ी को पिंजर पंखी बसा बेचारा प्राणी क्या मेरा क्या तेरा जैसे तरवर पंख बसेरा। कहते बंदे जड़ा तेरा शरीर है ना
ਜਲ ਕੀ ਭੀਤ, ਭੀਤ ਕਹਿੰਦੇ ਆ ਜੀ ਕੰਧ ਨੂੰ। ਜਲ ਕੀ ਭੀਤ ਪਾਣੀ ਦੀ ਕੰਧ ਦੀ ਤਰ੍ਹਾਂ ਹੈ। ਪਵਨ ਕਾ ਥੰਬਾ, ਇਹਨੂੰ ਥੰਬਲਾ ਕਾਹਦਾ ਲਾਇਆ ਪਰਮਾਤਮਾ ਨੇ? ਹਵਾ ਦਾ। ਸਰੀਰ ਹੈ ਜਿਹੜਾ ਭਾਈ, ਇਹ ਪਾਣੀ ਦੀ ਕੰਧ ਦੀ ਨਿਆਈ ਹੈ, ਜਾਂ ਇਹ ਕਹਿ ਲਈਏ ਕਿ ਮਿੱਟੀ ਦੀ ਕੰਧ ਦੀ ਤਰ੍ਹਾਂ ਹੈ। ਖੜਾ ਕਾਹਦੇ ਸਹਾਰੇ ਹੈ? ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਪਵਨ ਕਾ ਥੰਬਾ, ਇਹਨੂੰ ਹਵਾ ਦਾ ਥੰਮ ਲੈ। ਜਿੰਨਾ ਟਾਈਮ ਇਹਦੇ ਵਿੱਚ ਹਵਾ ਕ੍ਰਾਸ ਹੋ ਰਹੀ ਹੈ, ਸਾਹ ਆਉਂਦੇ ਨੇ ਤੇ ਜਾਂਦੇ ਹੈ, ਇਹ ਪਾਣੀ ਦੀ ਕੰਧ ਖੜੀ ਹੈ ਭਾਈ, ਇਹ ਮਿੱਟੀ ਦੀ ਕੰਧ ਦੀ ਤਰ੍ਹਾਂ ਖੜਾ ਹੈ। ਨਹੀਂ ਫਿਰ ਇਹਦੇ ਵਿੱਚੋਂ ਹਵਾ ਨਿਕਲ ਗਈ। ਸੋ ਬੇਨਤੀ ਹੈ ਜੀ ਨਿਮਰਤਾ ਸਾਹਿਬ ਸੰਗਤਾਂ ਨੂੰ, ਜਿਨ੍ਹਾਂ ਕੋਲ ਵੀ ਆਪੋ ਆਪਣੇ ਫੋਨ ਨੇ ਬੰਦ ਕਰ ਲਏ ਜਾਣ, ਜਾਂ ਭਾਈ ਵਾਈਬ੍ਰੇਸ਼ਨ ਤੇ ਲਾ ਲਓ। ਇਕਾਗਰਤਾ ਭੰਗ ਨਾ ਹੋਵੇ ਸਾਡੀ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ, ਜਿਵੇਂ ਦਰਖਤ, ਦਰਖਤ ਦੇ ਉੱਤੇ ਰਹਿਣ ਵਾਲਾ ਪੰਛੀ ਕਹਿੰਦੇ ਆ ਪੰਛੀ ਨੂੰ, ਜੈਸੇ ਤਰਵਰ ਪੰਖ ਬਸੇਰਾ। ਉਹਨਾਂ ਦਾ ਅੱਜ ਦੀ ਰਾਤ ਇੱਕ ਦਰਖਤ ਦੇ ਉੱਤੇ ਹੈ, ਕੱਲ੍ਹ ਦੀ ਰਾਤ ਕਿਹੜੇ ਦਰਖਤ ਦੇ ਉੱਤੇ ਹੋਣੀ ਹੈ, ਇਹ ਪੰਛੀਆਂ ਨੂੰ ਥੋੜਾ ਪਤਾ ਹੁੰਦਾ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਏਦਾਂ ਹੀ ਹੈ ਬੰਦਿਆ, ਅੱਜ ਤੇਰੀ ਆਤਮਾ ਆ ਮਨੁੱਖ ਰੂਪੀ ਆਲਣੇ ਦੇ ਵਿੱਚ ਰਹਿ ਰਹੀ ਹੈ। ਮਨੁੱਖ ਰੂਪੀ ਸਰੀਰ ਇਹਨੇ ਆਪਣਾ ਆਲਣਾ ਬਣਾਇਆ। ਕੱਲ ਨੂੰ ਇਸ ਆਤਮਾ ਨੇ ਕਿਹੜੇ ਦਰਖਤ ਦੇ ਉੱਤੇ ਜਾ ਕੇ ਬੈਠਣਾ ਤੈਨੂੰ ਕੁਛ ਨਹੀਂ ਪਤਾ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਦਾਅਵੇ ਕੀਤੇ ਜਾਂਦੇ ਆ ਜੀ। ਭਗਤ ਜੀ ਕਹਿੰਦੇ ਰੱਖੋ ਹੋ ਕੰਧ ਉਹ ਸਾਰੂ ਹੋ ਨੀਵਾ। ਵੱਡੀਆਂ ਮਜ਼ਬੂਤੀ ਦੇ ਨਾਲ ਡੂੰਘੀਆਂ ਨਿਊਆਂ ਪੁੱਟ ਕੇ ਵਧੀਆ ਮਿੱਟੀ ਦੀਆਂ ਲਪਾ ਕੇ ਕਹਿੰਦੇ ਜਿਵੇਂ ਇੱਕ ਘਰ ਤਿਆਰ ਕੀਤਾ ਜਾਂਦਾ ਹੈ। ਰੱਖੋ ਕੰਧ, ਕੰਧ ਰੱਖਣ ਦੇ ਲਈ ਉਹ ਸਾਰੂ ਹੋ ਨੀਵਾ, ਬਹੁਤ ਵੱਡੀਆਂ ਡੂੰਘੀਆਂ ਨਿਊਆਂ ਪੁੱਟ ਕੇ ਬੰਦਾ ਆਪਣਾ ਮਕਾਨ ਉਸਾਰਦਾ ਹੈ। ਕਹਿੰਦੇ ਪਰ ਇੱਕ ਗੱਲ ਭੁੱਲ ਗਏ ਹੈ, ਕਿਹੜੀ? ਭਗਤ ਜੀ ਕਹਿੰਦੇ 3.5 ਹਾਥ ਤੇਰੀ ਸੀਮਾ, ਜਿਹੜੀ ਤੈਨੂੰ ਜਗ੍ਹਾ ਮਿਲਣੀ ਆ ਨਾ ਵੜੀਆਂ ਦੇ ਵਿੱਚ, ਸਿਵਿਆਂ ਦੇ ਵਿੱਚ, ਉਹ 3.5 ਹੱਥ ਦੀ ਥਾਂ ਹੁੰਦੀ ਹੈ। ਭਗਤ ਕਬੀਰ ਸਾਹਿਬ ਕਹਿੰਦੇ ਘੜੀ ਤਾਂ ਪੌਣੇ 4, ਵੱਧ ਤੋਂ ਵੱਧ ਪੌਣੇ 4 ਹੱਥ। ਭਗਤ ਜੀ ਕਹਿੰਦੇ ਕਬੀਰ ਧੂੜ ਸਕੇਲ ਕੈ ਦੁਨੀਆਂ ਬੰਦੀ ਤੇ, ਧੂੜੀ ਇਕੱਠੀ ਕਰਕੇ, ਰੇਤ ਇਕੱਠੀ ਕਰਕੇ ਕਹਿੰਦੇ ਜਿਵੇਂ ਇੱਕ ਬੁੱਤ ਬਣਾ ਲਈਏ ਅਸੀਂ। ਕਬੀਰ ਧੂੜ ਸਕੇਲ ਕੈ ਪੁਰੀਆਂ ਬੰਦੀ ਦੇ, ਦਿਵਸ 4 ਕੋ ਵੇਖਣਾ ਅੰਤ ਹੈ ਕੀ ਹੈ। ਆ ਸਰੀਰ ਪਰਮਾਤਮਾ ਨੇ ਮਿੱਟੀ ਦੇ ਇਕੱਠਾ ਕਰਕੇ ਕਹਿੰਦੇ ਬਣਾਤਾ। ਜਿਵੇਂ ਮਿੱਟੀ ਦਾ ਇੱਕ ਖਿਡੌਣਾ ਬਣਾ ਲਵੇ ਤੂੰ ਬੰਦਿਆ, ਉਹਨੂੰ 4 ਦਿਨ ਦੇਖ ਦੇਖ ਕੇ ਖੁਸ਼ ਹੋਵੇ, ਆ ਤੇਰਾ ਸਰੀਰ ਉਦਾਂ ਹੀ ਹੈ। ਦਿਵਸ 4 ਕੋ ਵੇਖਣਾ, 4 ਦਿਨਾਂ ਦੀ ਜ਼ਿੰਦਗੀ ਤੈਨੂੰ ਮਿਲੀ ਹੈ, ਅਖੀਰ ਨੂੰ ਕੀ ਹੋਣਾ ਇਹਨੇ? ਅੰਤ ਹੈ ਕੀ ਹੈ। ਫਿਰ ਮਾਣ ਕਦਾ, ਫਿਰ ਅਹੰਕਾਰ ਕਦਾ। ਰੱਖੋ ਕੰਧ ਉਸਾਰੋ ਨੀਵਾ, 3.5 ਹਾਥ ਤੇਰੀ ਸੀਵਾ। ਬੰਕੇ ਬਾਲ ਬਾਗ ਸਿਰ ਡੇਰੀ, ਇਹ ਤਨ ਹੋਏਗੋ ਭਸਮ ਕੀ ਢੇਰੀ। ਕਹਿੰਦੇ ਆਪਣੇ ਬਾਲਾਂ ਨੂੰ ਸਵਾਰਦਾ ਹੈ, ਇਹਦੇ ਉੱਤੇ ਪਗੜੀ ਸਜਾ ਸਜਾ ਕੇ ਬੱਧਦਾ ਹੈ, ਆਪਣੇ ਸਰੀਰ ਦੀ ਸੁੰਦਰਤਾ ਦਾ ਮਾਣ ਕਰਦਾ ਹੈ। ਉਹਨੂੰ ਭੁੱਲ ਗਿਆ ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਜਿਹਦੀ ਕਿਰਪਾ ਦੇ ਨਾਲ ਤੈਨੂੰ ਇੰਨਾ ਸੁੰਦਰ ਸੋਹਣਾ ਸਜਾਇਆ ਹੋਇਆ ਪ੍ਰਮਾਤਮਾ ਵੱਲੋਂ ਰੂਪ ਮਿਲਿਆ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਸ ਮਾਲਕ ਪ੍ਰਮਾਤਮਾ ਨੂੰ ਚੇਤੇ ਰੱਖ, ਉਹਦੀ ਬੰਦਗੀ ਕਰ। ਇਸ ਸੰਸਾਰ ਦੇ ਵਿੱਚ ਆਏ ਕੀ ਕਰਨਾ ਜੀ? ਗੁਰੂ ਪਾਤਸ਼ਾਹ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਫੁੱਕੜੇ ਸਭ ਮੁੱਕਦੇ ਚੱਲੀ ਰਹਿਣ। ਜ਼ਿੰਦਗੀ ਦੀ ਰਾਤ ਤੇਰੀ ਮੁੱਕਣ ਦੀ ਤਾਦਾਰ ਤੇ ਆ ਗਈ ਹੈ। ਤੂੰ ਉਸ ਕਰਤੇ ਪੁਰਖ ਨੂੰ ਵਿਸਾਰ ਕੇ ਉਹਨੂੰ ਭੁਲਾ ਕੇ ਕਿਹੜੇ ਕੰਮਾਂ ਦੇ ਵਿੱਚ ਫਸ ਗਿਆ।
मेरी मेरी धार बंधन बंधे आ, नरक सुरग अवतार माया धंधे आ। पातशाह कहते मेरी मेरी करते ने, इन्हें अपने आप को जकड़ लिया, अपने आप को बंधना दे विच फसा लिया। धन गुरु ग्रंथ साहिब पातशाह जी की पावन बाणी सानू इस संसार सागर की सारी ब्योंतबंदी समझाती है जी। पंके बाल पाग सिर डेरी, भगत कबीर साहब कहते जे सिर रच रच बंधत पाग, सो सिर चुंच सवारे काग। अज आ सिर दे उत्ते रचा रचा के जज अज जाके पग बन्नदा, कहते एक दिन इनू कावां ने अपनियां ठोंगां दे नाल सवारना है। गजल रेखना सिंधिया से पंखी सुए बैठ। अज साडे नेत्र साडियां अखां सुरमे दी धारी दी रड़क है जिहड़ी ओह भी सहन नहीं करदियां जी। एक दिन ऐसा भी आउंदा कहंदे जिहदे विच जिहड़े करंग हुंदे हैं ना, जिहड़े दफनाए जांदे जदों निकलदे आ, किरमन इन्हां जिहड़े ओह इन्हां नेत्रां दे विच पैंदे है, सीस दे विच पैंदे है। सो सतगुरु गुरु ग्रंथ साहिब पातशाह कहते ने प्राणी क्या मेरा क्या तेरा, जैसे तरवर पंख बसेरा। ये तेरे लिए संसार है ना जिहड़ा एक सरां दी न्याई है। जिवें आपां किसी यात्रा ते जाने आ, उत्थे सानू कमरा मिलदा रहण दे लई, वो कमरे दे नाल असीं हमेशा दे लई प्यार थोड़ा पाउने कि साडा है, सानू पता है कि छड्ड के जाना है ना। उसे तरह ही भगत फरीद साहब जी कहते ने फरीदा किथे तेंदे मापिया, जिन्नी तू जने होए तै पासों होए लद गए, तो अजय ना पतिनो। भगत फरीद साहब कहते ने फरीदा एक दिन ना इस दुनिया ते तेरे माता पिता आए सी, तेरी मां भी आई सी, प्यो भी आया पिया सी, जिन्हां ने तैनूं जन्म दिता, जिन्हां दी गोद दे विच तूं खेडिया, तेरा बचपन जिन्हां दे मोढियां दे उत्ते बतीत होया, ਜਿਹੜੇ ਕਿਸੇ ਦਿਨ ਇਸੇ ਘਰ ਨੂੰ ਮੇਰਾ ਮੇਰਾ ਕਹਿੰਦੇ ਸੀ, ਇਸੇ ਜ਼ਮੀਨ ਨੂੰ, ਇਸੇ ਪਰਿਵਾਰ ਨੂੰ ਮੇਰੇ ਧੀਆਂ ਮੇਰੇ ਪੁੱਤਰ ਕਹਿੰਦੇ ਸੀ, ਕਹਿੰਦੇ ਕਿੱਥੇ ਚਲੇ ਗਏ ਨੇ ਫਰੀਦਾ, ਕਿੱਥੇ ਤੈਂਡੇ ਮਾਪਿਆਂ, ਕਿੱਧਰ ਗਏ ਤੇਰੇ ਮਾਤਾ ਪਿਤਾ, ਜਿੰਨੀ ਤੂੰ ਜਣਿਆ ਹੋਏ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ, ਤੈ ਪਾਸੋਂ ਇਹ ਲੱਦ ਗਏ ਕਮਲਿਆ, ਤੇਰੇ ਕੋਲੋਂ ਹੀ ਤਾਂ ਉਹ ਚਲੇ ਗਏ ਨੇ, ਤੂੰ ਅਜੇ ਨਾ ਪਤੀਣ ਹੋਏ, ਤੈਨੂੰ ਅਜੇ ਤੱਕ ਵੀ ਸਮਝ ਨਹੀਂ ਆਈ, ਤੈਨੂੰ ਅਜੇ ਤੱਕ ਵੀ ਇਹ ਸੰਸਾਰ ਸਾਗਰ ਦੀ ਸਮਝ ਨਹੀਂ ਆਈ, ਬੇਸਮਝ। सारी जिंदगी भगत कबीर साहब कहते इन्हें बेसमझी दे विच गुजार दित्ती। भगत कबीर साहब जी कहते कबीर दुनी गवा दीन गवाया दुनी स्यों, दुनी ना जाली साथ कुहाड़ा मारिया, गफल अपने हाथ। कमले ने कहते अपने पैरों ते आप ही कुहाड़ा मार लिया। इहदे पिछले सिर्फ दुनियादारी पिछे, जिहड़ी दुनिया पिछे लग के अपना दीन गवा दिता, अपना धर्म ही छड़ दिता। दीन गवाया दुनी स्यों, दुनी ना चाली साथ। जिदे पिछे छड़िया अपना धर्म, इंसानियत दे गुण छड़ दिते, वो दुनिया नाल भी नहीं तुरी। इन्हें की कीता, पाए कुहाड़ा मारिया, अपने पैरों ते आप ही कुहाड़ा मारिया।
गाफल अपने हाथ, कमला बंदा झल्ला हो गया। और दुनिया दे विच करन की आए सी? सतगुरु गुरु नानक देव पातशाह कहंदे विच दुनिया सेव कमाईए तां दरगह वैसन पाईए, कहो नानक बाह लुटाईए। इस संसार दे विच असीं नेकी दी सेवा, चंगियाई दी सेवा, परमात्मा नूं भा जाण वाली सेवा, जिहदे विच की होवे सेवा करत होए नहीं कामी तिसको होत प्राप्त स्वामी। इन्हां चीज़ां तो उपर उठ के जिहड़ी सेवा उस करते पुरख नूं पा जावे, समाजिक सेवावां, लोड़वंद दी सेवा, अपने माता पिता दी सेवा, अपने परिवार की जिम्मेवारी ईमानदारी के नाल, ये भी एक बहुत बड़ी सेवा है। तो अपनी जिंदगी दे विच साडे सारियां दे एक दिन ऐसा आ जाए जिहड़ा दिन साडी जिंदगी का ऐसा बने कि साडी लगन किधर को लगे। विच दुनिया सेवा कमाईए, दुनिया दे विच रह के सेवावां ऐसियां होण जिहड़ियां समाज नूं भी भा जाण और तेरे परमात्मा नूं भी भा जाण। विच दुनिया सेवा कमाईए तां फिर की भरे। गुरु पातशाह कहंदे तां डर के दर्शन पाइए, फिर संसार के विच बैठण दे लई थां मिलेगी। लेले दर के कहे ना कोई आओ बैठ अदर समझे। सारे तेन मान देना, सम्मान देना, बस इस संसार के विच रह के करो कर। विच दुनिया सेव कमाईए तां डर के दर्शन पाइए। आओ ये शब्द रल मिल के सारे सारिਆਂ ने सरवण करना, सबना ने नाल बोलण का यतन करना पड़ेगा। विच दुनिया सेव कमाईए, विच दुनिया सेव कमाईए, विच दुनिया सेव कमाईए। विच दुनिया सेव कमाईए, विच दुनिया सेव कमाईए। कहो नानक बाह लुटाईए, कहो नानक बाह लुटाईए, कहो नानक बाह लुटाईए।
Thank you.
ਇਹ ਸਿੱਧਾ ਟਾਈਮ ਪੈਂਦਾ ਹੈ ਸਾਡੇ ਬੁੜੇ ਨਹੀਂ ਜਾਣਦੇ ਮੇਰਾ ਨਾ ਹੈ ਨਹੀਂ ਜਵਾਕ ਕਿੱਥੇ ਦੇਖਦੇ ਹੋਣਗੇ ਟੇਡਾ ਬੈਠੇ ਬੰਦਾ ਠੀਕ ਆ ਆਪਣਾ ਸਿਆਰਾ ਹੀ ਕਰ करके दर्शन करके कहो नानक धाम और ये सेवा भाई गुरदास जी कहते पता किसको शुरू होने पर दुनिया में जितने आया गुरदास जी शुरुआत कितों होवे साडे करते किरो तो मां हो बेटा हो दुनिया ਦੇ ਵਿੱਚ ਆਇਆ ਜਿਹਨੇ ਜਗ ਦਿਖਾਇਆ ਜਿਨ੍ਹਾਂ ਦੀ ਕਿਰਪਾ ਕਰਦਾ ਦੁਨੀਆ ਦੇ ਉੱਤੇ ਕੋਈ ਸਾਡਾ ਨਾਮ ਬਣਿਆ ਕਿਸੇ ਅਹੁਦੇ ਤੇ ਵਿਰਾਜਮਾਨ ਹੋਇਆ ਹੋਇਆ ਅਸੀਸਾਂ ਕਿਹਦੀਆਂ ਨੇ ਸਿੱਖਿਆਵਾਂ ਕਿਹਦੀਆਂ ਨੇ ਮਾਂ ਦੀਆਂ ਔਰ ਪਿਓ ਦੀਆਂ जिंदगी दे विच तकलीफां ने दुख ने परेशानियां ने सारा कुछ जल के एक प्यो एक मां अपने बच्चों को ये चीज़ ही नहीं खाण दिंदे। असीं किहड़े समय दे विचों गुजर रहे हैं सानूं किन्ना तकलीफां दा सामना करना पै रहा है। माँ बाप अपने बच्चों को ये चीज़ महसूस नहीं होने देते। बेशक चेहरिਆਂ ਦੇ ਉੱਤੇ नकली हासे होण नकली मुस्कुराहट होवे पर कितनी मर्जी तकलीफ दे विच होवे एक पिता एक माँ अपने बच्चों को वो दर्द महसूस नहीं होने देते। सेवा की शुरुआत इत्थों होवे साडी। क्योंकि घर दे विच जे बजुर्ग ने माता पिता बैठे ने तक घर है ना जिहड़ा भाई वो किसी स्वर्ग तो किसी तीर्थ तो घट नहीं है। भाई गुरदास जी कहते मां प्यो पर हर ना बड़ा
68 ਤੀਰਥ ਘੁੰਮਣ ਵਾਲੀ ਜੇ ਮਾਤਾ ਪਿਤਾ ਦੀ ਸੇਵਾ ਛੱਡ ਕੇ, ਮਾਤਾ ਪਿਤਾ ਦਾ ਖਿਆਲ ਛੱਡ ਕੇ, ਉਹਨਾਂ ਨੂੰ ਘਰੇ ਪਾਣੀ ਤੋਂ ਰੋਟੀ ਤੋਂ ਤਰਸਦਿਆਂ ਨੂੰ ਛੱਡ ਕੇ ਕਿਸੇ ਤੀਰਥ ਤੇ ਜਾਂਦਾ ਹੈ, ਕਬੜਿਆ ਤੈਨੂੰ ਸਮਝ ਹੀ ਨਹੀਂ ਹੈ। ਤੇਰਾ ਅਸਲ ਤੀਰਥ ਤੇਰੇ ਘਰੇ ਬੈਠਾ ਹੈ। ਤੇਰਾ ਅਸਲ ਤੀਰਥ ਹੈ ਨਾ ਬੇਟਾ, ਉਹ ਤੇਰੇ ਘਰੇ ਹੈ, ਤੇਰੀ ਮਾਂ ਦੇ ਰੂਪ ਦੇ ਵਿੱਚ। ਮਾਂ ਹੈ ਨਹੀਂ, ਮਾਂ ਗੁਜ਼ਰ ਗਈ ਹੈ ਜੀ। ਤੇਰੇ ਪਿਤਾ ਦੇ ਰੂਪ ਦੇ ਵਿੱਚ ਹੈ। ਸੱਚ ਜਾਣਿਓ, ਜੇ ਦੋਵੇਂ ਹੀ ਗੁਜ਼ਰ ਗਏ ਨੇ, ਸਾਡੇ ਘਰ ਦੇ ਵਿੱਚੋਂ ਇੱਕ ਤੀਰਥ ਅਲੋਪ ਹੋ ਗਿਆ ਹੈ। ਸਾਡੇ ਘਰ ਦੇ ਵਿੱਚੋਂ ਉਹ ਤੀਰਥ ਅਲੋਪ ਹੋ ਗਿਆ, ਕਿਧਰੇ ਸਮਾ ਗਿਆ, ਜਿਹੜਾ ਮੁੜ ਕੇ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਆਏਗਾ ਜੀ। ਜਿਹਦੀ ਉਂਗਲ ਫੜ ਕੇ ਬਾਜ਼ਾਰ ਦੇਖਿਆ ਹੁੰਦਾ ਹੈ, ਜਿਹਨੇ ਉਂਗਲ ਫੜ ਕੇ ਤੁਰਨਾ ਸਿਖਾਇਆ ਹੁੰਦਾ ਹੈ, ਜਿਹਨੇ ਬੋਲਣਾ ਸਿਖਾਇਆ ਹੈ ਬੱਚਿਆਂ ਨੂੰ, ਨਿੱਕੇ ਹੁੰਦਿਆਂ ਨੂੰ, ਆਹ ਤੇਰਾ ਚਾਚਾ ਲੱਗਦਾ, ਤੇਰਾ ਤਾਇਆ ਲੱਗਦਾ, ਤੇਰੀ ਮਾਸੀ ਲੱਗਦੀ ਹੈ, ਤੇਰੀ ਭੂਆ ਲੱਗਦੀ ਹੈ, ਰਿਸ਼ਤਿਆਂ ਦੀ ਜਾਣਕਾਰੀ ਦਿੱਤੀ ਹੈ, ਜਿਹਨੇ ਪੜ੍ਹਨਾ ਸਿਖਾਇਆ ਹੈ, ਜਿਹੜਾ ਆਪਣੀ ਉਂਗਲ ਨਾਲ ਫੜ ਕੇ ਆਪਣੇ ਬੱਚਿਆਂ ਨੂੰ ਸਕੂਲ ਤੱਕ ਛੱਡ ਕੇ ਆਉਂਦਾ ਹੈ, ਉਹ ਪਿਓ ਹੋਵੇ ਚਾਹੇ ਮਾਂ ਹੋਵੇ। ਜੇ ਘਰ ਦੇ ਵਿੱਚੋਂ ਤੁਰ ਗਏ ਨੇ, ਸੱਚ ਜਾਣਿਓ ਸਾਡੇ ਘਰ ਦਾ ਰੱਬ ਤੁਰ ਗਿਆ ਹੈ। ਸੱਚਮੁੱਚੀ ਰੱਬ ਤੁਰ ਗਿਆ ਹੈ, ਜਿਹੜਾ ਸਾਡੀ ਮਾਂ ਦੇ ਰੂਪ ਦੇ ਵਿੱਚ ਸੀ, ਸਾਨੂੰ ਮਿਲਿਆ ਪਿਓ ਦੇ ਰੂਪ ਦੇ ਵਿੱਚ ਮਿਲਿਆ ਸੀ। ਉਹ ਰੱਬ ਸਾਡੇ ਵਿੱਚੋਂ ਅਲੋਪ ਹੋ ਗਿਆ, ਜਿਹਨੇ ਸਾਨੂੰ ਦੁਨੀਆਦਾਰੀ ਦੇ ਵਿੱਚ ਵਿਚਰਨਾ ਸਿਖਾਇਆ, ਕਿਵੇਂ ਲੋਕਾਂ ਦੇ ਵਿੱਚ ਪੇਸ਼ ਹੋਣਾ ਹੈ, ਲੋਕਾਂ ਦੇ ਨਾਲ ਬੋਲ ਚਾਲ ਕਿੱਦਾਂ ਦੀ ਰੱਖਣੀ ਹੈ, ਜਿਹੜਾ ਸਾਨੂੰ ਆਪਣੀ ਜ਼ਿੰਦਗੀ ਦੀਆਂ ਖੁਆਇਸ਼ਾਂ ਮਾਰ ਕੇ, ਆਪਣੀ ਜ਼ਿੰਦਗੀ ਦੇ ਚਾਅ ਮਾਰ ਕੇ ਸਾਡੇ ਸੁਪਨੇ ਪੂਰੇ ਕਰਨ ਤੇ ਆਪਣਾ ਜੀਵਨ ਲਾਉਂਦਾ ਹੈ, ਉਹ ਮਾਂ ਬਾਪ ਸਾਡਾ ਰੱਬ ਹੀ ਹੈ ਭਾਈ। ਕਿਉਂਕਿ ਜਦੋਂ ਅਸੀਂ ਕੋਈ ਦਾਤ ਮੰਗਦੇ ਹਾਂ ਨਾ, ਇੱਕ ਤਾਂ ਅਸੀਂ ਆ ਕੇ ਅਰਦਾਸ ਬੇਨਤੀ ਕਰਦੇ ਹਾਂ ਗੁਰਦੁਆਰਾ ਸਾਹਿਬ, ਕਿਸੇ ਦਾਤ ਦੀ ਜ਼ਰੂਰਤ ਹੋਵੇ ਪਿਆਰਿਓ, ਸਾਨੂੰ ਧੀ ਪੁੱਤ ਦੀ ਲੋੜ ਹੋਵੇ, ਕੋਈ ਵੀ ਚੀਜ਼ ਅਸੀਂ ਬੇਨਤੀ ਕਰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਪਹੁੰਚ ਕੇ। ਜੇ ਸਾਨੂੰ ਕੋਈ ਦੁਨੀਆ ਦੇ ਉੱਤੇ ਕਿਸੇ ਚੀਜ਼ ਦੀ ਲੋੜ ਹੈ, ਫਿਰ ਸਾਨੂੰ ਕੌਣ ਨਜ਼ਰ ਆਉਂਦਾ ਭਾਈ? ਮਾਂ। ਕਿੰਨਾ ਸਕੂਨ ਦੇਣ ਵਾਲਾ, ਕਿੰਨਾ ਅੰਦਰ ਨੂੰ ਠੰਡ ਦੇਣ ਵਾਲਾ ਸ਼ਬਦ ਹੈ ਨਾ। ਪਿਤਾ, ਉਹ ਪਿਓ, ਉਹ ਬਾਪੂ, ਜਿਹੜਾ ਸਾਡੀ ਜ਼ੁਬਾਨ ਦੇ ਉੱਤੇ ਸਾਡੇ ਥੜਕਦੇ ਬੋਲਾਂ ਨੂੰ ਪੜ੍ਹ ਕੇ ਸਾਡੀ ਇੱਛਾ ਪੂਰੀ ਕਰ ਦਿੰਦਾ। ਜ਼ੁਬਾਨ ਦੇ ਉੱਤੇ ਅਜੇ ਚੀਜ਼ ਦਾ ਨਾਮ ਨਹੀਂ ਆਇਆ, ਉਹ ਸਾਡੀ ਗੱਲ ਪੂਰੀ ਕਰਨ ਦੇ ਲਈ ਤਿਆਰ ਹੈ। ਕੋਈ ਨਹੀਂ ਪੁੱਤ, ਮੈਨੂੰ ਪਤਾ ਤੈਨੂੰ ਕੀ ਚਾਹੀਦਾ। ਇਹ ਮਾਂ ਬਾਪ ਦੇ ਬੋਲ ਹੁੰਦੇ ਨੇ, ਬੱਚਿਆਂ ਦੀਆਂ ਨਜ਼ਰਾਂ ਪੜ੍ਹ ਲੈਂਦੇ ਨੇ। ਸੱਚ ਜਾਣਿਓ, ਜਿਹਦੇ ਮੋਢਿਆਂ ਤੇ ਬੈਠ ਕੇ ਅਸੀਂ ਨੇ ਮੇਲੇ ਦੇਖੇ ਹੁੰਦੇ ਨੇ, ਜਿਹਦੀ ਗੋਦੀ ਦੇ ਵਿੱਚ ਚੜ ਕੇ ਅਸੀਂ ਨੇ ਬਾਜ਼ਾਰ ਘੁੰਮੇ ਹੁੰਦੇ ਹੈ, ਜਦੋਂ ਉਹਦੀ ਅਰਥੀ ਆਪਣੇ ਮੋਢਿਆਂ ਤੇ ਆਉਂਦੀ ਹੈ, ਦੁਨੀਆ ਦਾ ਸਭ ਤੋਂ ਵੱਧ ਬੋਝ ਹੈ ਬੱਚਿਆਂ ਦੇ ਲਈ, ਧੀਆਂ ਦੇ ਲਈ, ਪੁੱਤਰਾਂ ਦੇ ਲਈ। ਪਰ ਜਿਨ੍ਹਾਂ ਦੇ ਘਰ ਦੇ ਵਿੱਚੋਂ ਇਹ ਤੀਰਥ ਗਵਾਚਦੇ ਨੇ ਭਾਈ, ਉਹਨਾਂ ਨੂੰ ਪਤਾ ਨਾ ਘਾਟਾ ਕੀ ਚੀਜ਼ ਹੁੰਦੀ ਹੈ। ਆਪਣੇ ਵਰਗਿਆਂ ਦਾ ਕੀ, ਆਪਾਂ ਮੇਰੇ ਵਰਗਾ ਇੱਥੇ ਬੋਲ ਕੇ ਉੱਠ ਜਾਣਾ, ਰਿਸ਼ਤੇਦਾਰ ਕਹਿ ਕੇ ਤੁਰ ਜਾਣਗੇ ਭਾਈ ਭਾਣਾ ਮੰਨਣਾ। ਭਾਣਾ ਸ਼ਬਦ 2 ਅੱਖਰਾਂ ਦਾ, ਇਹਦੇ ਵਿੱਚ ਵਜ਼ਨ ਕਿੰਨਾ ਹੈ? ਜਿਹਨੇ ਮੰਨਣਾ ਉਹਨਾਂ ਨੂੰ ਪੁੱਛੀਏ ਅਸੀਂ। 2 ਹੀ ਅੱਖਰ ਲੱਗਦੇ ਆ ਭਾਣਾ ਸ਼ਬਦ ਲਿਖਣ ਨੂੰ ਜਾਂ ਬੋਲਣ ਨੂੰ। ਜਿਨ੍ਹਾਂ ਨੇ ਮੰਨਣਾ ਹੈ ਉਹਨਾਂ ਨੂੰ ਪੁੱਛੀਏ ਭਾਈ ਇਹਦੇ ਵਿੱਚ ਵਜ਼ਨ ਕਿੰਨਾ ਹੈ, ਇਹਦਾ ਬੋਝ ਕਿੰਨਾ ਹੈ ਭਾਣੇ ਦਾ। ਔਰ ਜਿਨ੍ਹਾਂ ਨੇ ਮੰਨਿਆ, ਜਿਨ੍ਹਾਂ ਨੇ ਭਾਣਾ ਮੰਨਿਆ, ਉਹਨਾਂ ਤੋਂ ਫਿਰ ਸਾਨੂੰ ਹੌਸਲਾ ਮਿਲਦਾ ਹੈ।
ਹੌਸਲਾ ਸਾਨੂੰ ਸਾਡੀ ਅਰਦਾਸ ਬੇਨਤੀ ਦੇ ਵਿੱਚੋਂ ਮਿਲਦਾ। ਨਿਤ ਕਰਦੇ ਹਨ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਵਾਏ ਗਏ, ਬੱਚਿਆਂ ਦੇ ਟੁਕੜੇ ਟੁਕੜੇ ਟੋਟੇ ਕਰਵਾ ਕੇ ਝੋਲੀਆਂ ਦੇ ਵਿੱਚ ਪਵਾਏ ਗਏ, ਉਹਨਾਂ ਦੀਆਂ ਆਂਦਰਾਂ ਦੇ ਗਲਾਂ ਦੇ ਵਿੱਚ ਹਾਰ ਪਵਾਏ ਗਏ। ਤਿੰਨਾਂ ਸਿੰਘਾਂ ਸਿੰਘਣੀਆਂ ਸਿਦਕਵਾਨ ਸਿੱਖਾਂ ਦੀ ਕਰੜੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹ। ਆਪਣਾ ਬੱਚਾ ਸਕੂਲ ਭੇਜਦੇ ਆ ਨਾ ਅਸੀਂ ਸਵੇਰੇ, ਜਿੰਨਾ ਟਾਈਮ ਵਾਪਸ ਬੱਸ ਦੇ ਵਿੱਚ ਉਹ ਬੱਚੇ ਨੂੰ ਤਾਰਦੀ ਨਹੀਂ ਮਾਂ, ਉਹਨਾਂ ਟਾਈਮ ਦੁਨੀਆ ਨਾਲ ਹੱਸਦੀ ਖੇਡਦੀ ਹੈ, ਲੋਕਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਦੀ ਹੈ। ਪਰ ਜਿੰਨਾ ਟਾਈਮ ਬੱਚਾ ਘਰ ਤੱਕ ਨਹੀਂ ਆਉਂਦਾ ਬੱਸ ਦੇ ਵਿੱਚੋਂ, ਉਤਾਰ ਕੇ ਨਹੀਂ ਲੈ ਕੇ ਆਉਂਦੀ, ਉਹਦੇ ਅੰਦਰ ਖਿਆਲ ਚੱਲ ਰਹੇ ਆ ਜਿਹੜੇ, ਉਹ ਸਿਰਫ ਮਾਂ ਨੂੰ ਪਤਾ ਹੈ, ਜਿਹੜੀ ਚੀਜ਼ ਮਾਂ ਫੀਲ ਕਰ ਸਕਦੀ ਹੈ। ਉਹਨੂੰ ਅਹਿਸਾਸ ਹੈ ਆਪਣੇ ਤੋਂ ਦੂਰ ਹੋਏ ਆਪਣੇ ਬੱਚੇ ਦਾ। ਪਰ ਏਦਾਂ ਹੀ ਸਾਨੂੰ ਸਾਡੇ ਮਾਤਾ ਪਿਤਾ ਨੇ ਪਾਲ ਕੇ ਪੜ੍ਹਾ ਲਿਖਾ ਕੇ ਵੱਡਿਆਂ ਕੀਤਾ ਭਾਈ, ਔਰ ਜਦੋਂ ਸਾਡਾ ਸਮਾਂ ਆਉਂਦਾ ਉਹਨਾਂ ਦੀ ਸੇਵਾ ਕਰਨ ਦਾ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਾਡੀ ਸੇਵਾ ਦੇ ਵਿੱਚ ਲਾਈ ਹੋਵੇ, ਸਾਨੂੰ ਨਿੱਕਿਆਂ ਹੁੰਦਿਆਂ ਤੋਂ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਨੇ। ਸਾਡੀ ਬੱਚਾ ਇੱਕ ਦਿਨ ਦਾ ਹੁੰਦਾ, ਕੁਝ ਘੰਟਿਆਂ ਦਾ ਹੁੰਦਾ, ਮਾਤਾ ਪਿਤਾ ਕਿੰਨੀ ਸੇਵਾ ਕਰਦੇ ਆ ਜੀ ਬੱਚੇ ਦੀ। ਜਿੰਨਾ ਟਾਈਮ ਜ਼ੁਬਾਨ ਨਹੀਂ ਹੁੰਦਾ ਬੱਚਾ ਮਾਤਾ ਪਿਤਾ ਦੀ ਸੇਵਾ ਦੇ ਵਿੱਚ ਆਪਣੀਆਂ ਖੁਆਇਸ਼ਾਂ ਮਾਰਦੇ ਨੇ, ਆਪਣੇ ਸੁਪਨੇ ਮਾਰਦੇ ਨੇ। ਔਰ ਜਦੋਂ ਮਾਤਾ ਪਿਤਾ ਦੀ ਸੇਵਾ ਕਰਨ ਦਾ ਸਮਾਂ ਆਉਂਦਾ, ਉਦੋਂ ਇਹਦੇ ਲਈ ਉਹੀ ਮਾਂ ਬਾਪ ਬੁੜਾ ਬੁੜੀ ਹੋ ਜਾਂਦੇ ਨੇ। ਮਾਂ ਨੂੰ ਕਿਸੇ ਚੀਜ਼ ਦੀ ਲੋੜ ਹੈ, ਪਿਓ ਨੂੰ ਕਿਸੇ ਚੀਜ਼ ਦੀ ਲੋੜ ਹੈ। ਪਤਾ ਅੱਜ ਕੱਲ੍ਹ ਦੇ ਨੌਜਵਾਨ ਕੀ ਕਹਿੰਦੇ, ਚੁੱਪ ਕਰਕੇ ਨਹੀਂ ਬੈਠੇ ਜਾਂਦਾ, ਬੁੜਿਆ ਤੈਨੂੰ ਕੀ ਹੋਇਆ। ਜਿਹਨੇ ਜੀਵਨ ਦਿੱਤਾ ਹੈ, ਜਿਹਦੀ ਕਿਰਪਾ ਦਾ ਸਦਕਾ ਇੰਨਾ ਵੱਡਾ ਹੋ ਗਿਆ ਤੂੰ, ਜਿਹਨੇ ਤੈਨੂੰ ਬੋਲਣ ਦੀ ਜਾਚ ਸਿਖਾਈ ਸੀ, ਤੈਨੂੰ ਉਹਦੇ ਨਾਲ ਗੱਲ ਕਰਨੀ ਨਹੀਂ ਹੈ। ਜਿਹਨੇ ਸਾਡੇ ਮਾਤਾ ਪਿਤਾ ਨੇ ਸਾਨੂੰ ਸਿਖਾਇਆ ਹੈ, ਦੁਨੀਆ ਦੇ ਵਿੱਚ ਸਾਨੂੰ ਕਿਸੇ ਨਾਲ ਗੱਲਬਾਤ ਕਰਨਾ ਨਹੀਂ ਕਰਨਾ ਹੋਵੇ, ਆਪਾਂ ਕੀ ਕਹਿੰਦੇ ਆ, ਦੇਖ ਤੇ ਮਾਂ ਬਾਪ ਨੇ ਕਿੰਨਾ ਸਿਖਾਇਆ ਹੈ, ਇਹਨੂੰ ਸਿਖਾਇਆ ਨਹੀਂ ਮਾਤਾ ਪਿਤਾ। ਜਿਸ ਮਾਤਾ ਪਿਤਾ ਨੇ ਬੋਲਣਾ ਸਿਖਾਇਆ ਹੈ, ਅੱਜ ਉਹਨੂੰ ਸਿੱਧੇ ਬੋਲੇ ਬਣਾਉਂਦਾ। ਇਹ ਸਾਡੀ ਨੌਜਵਾਨ ਪੀੜ੍ਹੀ ਅੱਜ ਦੀ ਹਾਲਤ ਹੈ ਜੀ। ਵਿੱਚ ਦੁਨੀਆ ਸੇਵਾ ਕਮਾਈ ਹੈ, ਦੁਨੀਆ ਦੇ ਵਿੱਚ ਆਏ ਹੈ ਜਿਨ੍ਹਾਂ ਨੇ ਤੇਰੀ ਸੇਵਾ ਕੀਤੀ ਹੈ। ਹੁਣ ਸਮਾਂ ਆ ਗਿਆ ਤੂੰ ਉਹਨਾਂ ਦੀ ਸੇਵਾ ਕਰ। ਮਾਲਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਿੱਧਾ ਨਹੀਂ ਤੈਨੂੰ ਜਨਮ ਦੇ ਸਕਦਾ ਸੀ, ਉਹਨੇ ਚੁਣਿਆ ਕੋਈ ਆਪਣੇ ਵਰਗਾ ਚੁਣਿਆ ਉਹਨੇ। ਕਿਹਦੇ ਰੂਪ ਦੇ ਵਿੱਚ? ਤੇਰੀ ਮਾਂ ਦੇ ਰੂਪ ਦੇ ਵਿੱਚ, ਤੇਰੇ ਪਿਤਾ ਦੇ ਰੂਪ ਦੇ ਵਿੱਚ। ਸਾਨੂੰ ਆਪਣੀ ਮਾਂ ਦੇ ਵਿੱਚੋਂ ਰੱਬ ਦਿਸੇ, ਪਿਓ ਦੇ ਵਿੱਚੋਂ ਪਰਮਾਤਮਾ ਦਿਸੇ ਕਰ। ਆਪਣਾ ਉਹ ਦਾਇਰਾ ਨਾ ਭੁੱਲੀਏ। ਜਿਵੇਂ ਅੱਜ ਅਸੀਂ ਆਪਣੇ ਬੱਚਿਆਂ ਨੂੰ ਪਾਲ ਰਹੇ ਹਾਂ, ਨਿੱਕੇ ਨਿੱਕੇ ਬੱਚੇ ਆ ਸਾਡੇ ਘਰਾਂ ਦੇ ਵਿੱਚ, ਉਹਨਾਂ ਨੂੰ ਪਾਲ ਰਹੇ ਹਾਂ। ਅੱਜ ਹਜ਼ਾਰਾਂ ਸਹੂਲਤਾਂ ਹੋ ਗਈਆਂ, ਸਾਨੂੰ ਉਹਨਾਂ ਸਮਿਆਂ ਦੇ ਵਿੱਚ ਪਾਲਿਆ ਹੋਇਆ ਉਹਨਾਂ ਨੇ, ਜਿਨ੍ਹਾਂ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਨਾ ਗੱਡੀ ਮੋਟਰ ਕਾਰ ਹੋਣੀ ਹੈ, ਨਾ ਮੋਟਰਾਂ ਹੁੰਦੀਆਂ ਸੀ ਜੀ ਪਾਣੀ ਵਾਲੀਆਂ, ਨਲਕੇ ਲੱਗੇ ਹੋਏ ਪੁਰਾਣੇ ਸਮਿਆਂ ਦੇ ਵਿੱਚ, ਜਿਨ੍ਹਾਂ ਦੀਆਂ 30-32 ਸਾਲਾਂ ਦੀਆਂ ਉਮਰਾਂ ਨੇ, ਜਿਨ੍ਹਾਂ ਦੀਆਂ ਉਸ ਤੋਂ ਵੀ ਵੱਧ ਕੇ ਉਮਰਾਂ ਨੇ। ਉਹਨਾਂ ਨੂੰ ਪਤਾ ਹੈ ਨਾ ਕਿੱਦਾਂ ਦੇ ਹਾਲਾਤ ਸੀ ਸਾਡੇ ਘਰਾਂ ਦੇ, ਔਰ ਮਾਤਾ ਪਿਤਾ ਨੇ ਕਿਵੇਂ ਸਾਨੂੰ ਪਾਲਿਆ ਹੋਇਆ ਹੋਇਆ। ਸਾਡਾ ਫਰਜ਼ ਨਹੀਂ ਬਣਦਾ ਅੱਜ ਅਸੀਂ ਉਹਨਾਂ ਨੂੰ ਸੰਭਾਲੀਏ। ਅੱਜ ਜਿਸ ਮਾਂ ਬਾਪ ਨੇ ਸਾਨੂੰ ਕਦੇ ਆਪਣੇ ਆਪ ਦੇ ਉੱਤੇ ਬੋਝ ਨਹੀਂ ਸੀ ਸਮਝਿਆ, ਘਰ ਦੇ ਵਿੱਚ ਬੱਚਾ ਚਾਹੇ ਪਿੰਗਲਾ ਪੈਦਾ ਹੋ ਜਾਵੇ ਭਾਈ,
ਨਾ ਤਾਂ ਬੱਚੇ ਦੀ ਢੂਹੀ ਕੰਮ ਕਰਦੀ ਹੋਵੇ, ਨਾ ਗਰਦਨ ਖੜਦੀ ਹੋਵੇ, ਨਾ ਹੱਥ ਪੈਰ ਨਿਕਲਦੇ ਹੋਣ। ਘਰ ਦੇ ਵਿੱਚ ਬੱਚਾ ਇਦਾਂ ਦਾ ਪੈਦਾ ਹੋ ਜਾਵੇ ਚਾਹੇ ਮਾਤਾ ਪਿਤਾ ਨੂੰ ਕਦੇ ਬੋਝ ਨਹੀਂ ਸਮਝਦੇ ਆਪਣੇ ਆਪ ਨੂੰ। ਮਾਂ ਬਾਪ ਲਈ ਵਿੰਗਾ ਬੋਲਾ ਕਮਲਾ ਸੱਚਾ ਜਿੱਦਾਂ ਦਾ ਮਰਜ਼ੀ ਹੈ ਲੋਕਾਂ ਲਈ ਹੋਏਗਾ, ਮਾਂ ਬਾਪ ਲਈ ਤਾਂ ਹੀਰਾ ਹੁੰਦਾ ਹੈ। ਉਹਦੀ ਮਾਂ ਨੂੰ ਪੁੱਛੋ ਕਿਤੇ ਦਾ ਪੈਸਾ ਪਤਾ ਨਹੀਂ। ਮਾਂ ਨੂੰ ਪਿਆਰ ਕਰਨਾ ਕਿੰਨੇ ਨਾਮ ਲੈ ਕੇ ਹੋਵੇ, ਕਿਤਾ ਨਾਮ ਲੈਣਾ ਕਿੰਨੇ ਕਿੰਨੇ ਨਾਮ ਹੋਵੇ। ਜਦੋਂ ਮਾਂ ਦੇਖੋ ਸਮਝੋ ਤੰਦਰੁਸਤ ਆਸਮਾਨ ਮੈਂ ਤਾਂ ਪਹਿਲਾਂ ਹੀ ਇੰਨਾ ਕਰਜ਼ਾਈਆਂ ਐਡਾ ਵੱਡਾ ਸਵਾਲ ਸ਼ੁਰੂ ਕਰ ਦਿੱਤਾ ਮੈਨੂੰ ਇਹ ਕਦੇ ਹਾਂ ਮਜ਼ਦੂਰੀ ਵਕਤ ਹੋ ਕੇ ਕਦੇ ਕਹਿ ਸਕਦਾ ਮਾਤਾ ਪਿਤਾ ਪੁੱਤ ਮੈਂ ਕੋਈ ਨਹੀਂ ਤਾਂ ਪੂਰੀ ਨਹੀਂ ਕਰ ਸਕਦਾ ਹਰ ਥੋੜੀ ਚੀਜ਼ ਹੈ ਹਰ ਜਦ ਥੋੜਾ ਤੇ ਲੋਕਾਂ ਨੂੰ ਦਵਾ ਖਾਤਰ ਆਲਾ ਹੋਰ ਕਰਾਂਗੇ ਆਖਿਆ ਜੀ ਆਪਾਂ ਆਪ ਨੂੰ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧੂ ਤੂੰ ਮੇਰਾ ਭਰਾ ਤੂੰ ਮੇਰਾ ਰਾਜਾ ਮਦਨ ਪਾਣੀ ਕਰਦਾ ਸੈਂਡ ਵੀਰੇ ਮੈਨੂੰ ਪੂਰਾ ਕਰ ਤੂੰ ਮੇਰਾ ਕੰਨ ਕੰਨ ਹੋ ਕੇ ਸਹਾਇਤਾ ਕਰਨ ਵਾਲਾ ਹੈ ਆਪ ਰੋਟੀ ਦਾ ਕਰਨਾ ਜਿਵੇਂ ਕਰਦਾ ਦੁਨਿਆਵੀ ਮਾਤਾ ਪਿਤਾ ਨੇ ਆਪਣੀ ਉਮਰ ਦੇ ਅਨੁਸਾਰ ਕੋਈ ਲੋਕ ਅਨੁਸਾਰ ਕਰਿਆ ਨਾ ਅਗਰ ਆਇਆ ਤਾਂ ਮਾਂ ਬਾਪ
रिचार्ज कर दे 50 का WhatsApp चेक कर रिचार्ज 50 का कर दे जियो च WhatsApp से मैंने भेज मैसेज लिख के WhatsApp से मैसेज कर दे हेलो क्या नहीं यार हेलो 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 WhatsApp चेक कर यार ਅਭਿਨਾਸ਼ੀ ਦਾਤਾ ਜਿਹੜਾ ਕਦੇ ਲਾਭ ਨਹੀਂ ਹੁੰਦਾ ਉਹ ਹੈ ਸਾਡਾ ਸਾਰਿਆਂ ਦਾ ਮਾਤਾ ਪਿਤਾ ਭਾਈ ਹੌਸਲਾ ਲਈਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਬਾਣੀ ਦੇ ਜਿਸ ਥਾਂ ਨਾ ਦਾਦਾ ਆਪੋ ਕੀਜੇ ਉਹਨੇ ਵੀ ਸਾਡੀ ਮਾਤਾ ਸਾਰੀ ਸੰਗਤ ਵਾਲੀ ਕਿਉਂਕਿ ਸਾਡੇ ਅਨਾਉਂਸ ਕਰਨ ਦੇ ਨਾਲ ਕਿਸੇ ਬੁਲਾਰੇ ਦੇ ਬੋਲਣ ਦੇ ਨਾਲ ਕੋਈ ਬੰਦਾ ਚੰਗਾ ਨਹੀਂ ਬਣਦਾ ਜੀ ਅਗਲੇ ਦੇ ਕਰਮ ਜਾਂ ਸੰਗਤ ਦਾ ਇਕੱਠ ਰਸਤਾ ਹੁੰਦਾ ਹੈ ਕਿ ਬੰਦਾ ਸੁਭਾਅ ਕਰਕੇ ਨੇਚਰ ਕਰਕੇ ਆਪਣੇ ਜੀਵਨ ਕਰਕੇ ਸਿੱਖਣ ਲੱਗਦਾ ਸਲਾਮ ਕੇ ਕਰਨਾ ਜੋ ਵੀ ਕਰਨੀ ऐसे कभी हमको खेत ही करो बेटा अपनी बार बंदे को पढ़ना पड़ता आपने भेजे हुए वर्तमान लिखे हरे होना सरकार फायदा की जरूरत है तेरा के दिया गया संसार में से करना और
ਜਿਹੜੀਆਂ ਵੀ ਭੁੱਲਾਂ ਹੋਈਆਂ ਨੇ ਆਪ ਜੀ ਨੇ ਨਾਮ ਚਿਤਾਰਨੇ ਹੋਇਆ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ। ਪਰਮਾਤਮਾ ਪਾਲਣਾ ਬਹੁਤ ਸਤਿਕਾਰ ਸ੍ਰੀ ਸ਼ਰਨ ਬਖਸ਼ ਆਓ ਇਸ ਕੋਲੇ ਹੋਈਆਂ ਮੇਰੀਆਂ ਭੁੱਲਾਂ ਤੋਂ ਮਾਫੀ ਆਪ ਧੰਨ ਗੁਰੂ ਸੱਚੇ ਪਾਤਸ਼ਾਹ ਬਖਸ਼ ਜੋ ਬਖਸ਼ ਲੈਣਾ। ਅਣਜਾਣ ਨਿਮਾਣੇ ਸਤਿਗੁਰੂ ਜੀ ਸੋਝੀ ਬਖਸ਼ਿਸ਼ ਕਰਨ। ਆਨੰਦ ਸਾਹਿਬ ਦੇ ਨਾਲ ਇਸੇ ਤਰ੍ਹਾਂ ਹੀ ਸਾਰੀ ਸੰਗਤ ਨੇ ਆਪਣੀ ਹਾਜ਼ਰੀ ਲਵਾਉਣੀ ਹੈ ਭਾਈ। ਰਾਮ ਕਲੀ ਮਹਲਾ ਤੀਜਾ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਕਾ ਬਖਸ਼ੇ ਇਤੀ ਮਨ ਵਜਿਆ ਵਧਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਇਆ। ਸ਼ਬਦੋ ਕਾ ਗਰ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੁਮ ਮਨ ਮੇਰੇ ਰੂਪ ਸਾਬਤ ਸਾਰਨਾ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਸਮਰੱਥ ਸੁਆਮੀ ਸੁਖ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਦੇਵੈ। ਕਰਤਾ ਤੇਰੇ ਸਭ ਕਿਛ ਹੈ ਤੇਰੇ ਸੋ ਪਾਵੇ। ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨਕੇ ਮਨ ਵਸਿਆ ਸਭ ਤੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਸਭ ਗਵਾਇਆ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਸਦਾ ਕੁਰਬਾਨ ਕੀਤਾ ਗੁਰੂ ਮਿਟੋ ਇਸ ਦੀਆਂ ਵਡਿਆਈਆਂ। ਕਹੈ ਨਾਨਕ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ। ਸ਼ਬਦ ਵਾਜੇ ਕਲਾ ਤਿਤ ਕਰ ਤਾਰਿਆ। ਦੂਤ ਤੁਧ ਵਸ ਕੀਤੇ ਕਾਲ ਕਰਤਾ
वाहिगुरु जी का खालसा वाहिगुरु जी की फतेह। तू ठाकुर तुम पैरवास तुम मात पिता हम बालक तेरे कोई न जाने सगल समगरी तुमरी गत में तो तुम ही जानी तुझे आगे अरदास हमारी जियो पिंड सब कहो नानक सब तेरी वडियाई कोई ना हो न जाने। वाहिगुरु जी अरदास एक ओंकार श्री वाहिगुरु जी की फतेह। वार श्री गुरु जी की पातशाही 10वीं प्रथम भगवती सिमर कर गुरु नानक लेंदे आए फिर अंगद गुर ते अमरदास रामदासा होए सहाय अर्जन हर गोबिंद नाम स्वरूप श्री हराय श्री हर कृष्ण जी दे आइए जिस ठिया सब दुख जाए तेग बहादुर सिंह ये करनो निदावे ताए सब थाई होए सहाय धन श्री गुरु गोबिंद सिंह जी महाराज सब थाई सरसा पास जगदी जोत श्री गुरु ग्रंथ साहिब जी दे पाठ दर्शन दीदार दा ध्यान करके बोलो जी वाहिगुरू। पंजाब प्यारिया चौहां साहिबजादियां 40 मुक्तियां ढियां जपियां तपियां जना गुरु प्यारा नाम जपिया वंड के सकिया देख चलाई ते गवाही देख सुन के अमृत कीता ते नादी कमाई दा ध्यान करके बोलो जी वाहिगुरू जी। जिन्ना ਸਿੰਘਾਂ ਸਿੰਘਣੀਆਂ ने धर्म हित सीस दिते बंद बंद कटवाए गोपरियां लोहाइयां चलकड़ियां ते चढ़े ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਹੈ ਬੇਅੰਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਖੇਸਾਂ ਸਵਾਸਾਂ ਸੰਗ ਨਿਭਾਈ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤੇ ਆਵੇ चेते आवन का सदका सर्व सुख होवे जहाँ जहाँ खालसा जी साहिब तहाँ तहाँ रछिया रियायत देख देख फतेह बिरद की पैज पंथ की जीत श्री साहिब जी सहाय खालसा जी के बोल वाले बोलो जी वाहिगुरू। गुरसिखा नूं सिक्खी दान केस दान रहत दान विवेक दान विसाख दान भरोसा दान दाना सरदान नाम दान श्री मुक्तसर साहिब जी के दर्शन दान चौकियां ढले होंगे जो का धरता जय जयकार खालसा जी बोलो जी वाहिगुरू। हे मानिया दे मान ससुर दे राणा दे राम ससुर दे ओटे दे ससुर धाना धाना साहिब श्री गुरु ग्रंथ साहिब जी महाराज पाठ करना गुरु को अरदास बेनती है जे हर जी लिखिया ते हर हुक्म कमाही कल्ले आवे नानक सदे उठी जाए महावाक दे अनुसार भाई मैंबर सिंह जी जी ਸਵਾਸਾ ਰੂਪੀ ਪੂੰਜੀ ਬਖਸ਼ੀ ਸੀ ਉਸ ਨੂੰ ਭੋਗ ਕਰਕੇ ਕੁਝ ਦਿਨ ਪਹਿਲਾਂ ਸਤਿਗੁਰੂ ਜੀ ਅਕਾਲ ਚਲਾਣਾ ਕਰ ਗਏ ਸੀ। आप जी की गुरमत मर्यादा के अनुसार सतगुरु जी आप जी तो आज्ञा लेके पावन बाणी के श्री सहज पाठ सेवकों ने अपने गृह विखे उन्होंने आत्मिक शांति के लिए प्रारंभ करवाए गए सी जिन्हों ने अमृत वेले संपूर्णता भोग पाए गए। इस वक्त उन्होंने अंतिम अरदास को समर्पित पातशाह जी आप जी की पावन हजूरी के अंदर शब्द गुरबाणी कीर्तन विचारा हुई बेअंत फुलों तो माफ़ी बख्शो जी। अगों वास्ते समर्थ बख्शने सुध स्पष्ट बाणी पढ़न के सेवा करने के बल उद्यम बख्शने पढ़ी सुनी बाणी के प्रभाव फल साढ़े कलयुगी जीवां के हिरदियां ते विछड़ी आत्मा नूं बख्शने जी। किरपा करनी सतगुरु जी परिवार नूं भाणा मरण की बल बुद्धि ताकत बख्शिश करनी दुखां कलेसां पापां विघ्नां दे नाश करने अपने भजन बाणी के प्रताप करने सुखां दे प्रकाश करने जी। बेअंत संगत ने चरणों की हाजरी भरी है सरबत की हाजरी दर प्रवान करनी कदम कदम सवास सवास लेके लाना तिल फुल भेटावा प्रवान करनी है खजाने भरपूर करने काल कंठ दूर करने सतगुरु जी। आनंद साहिब जी की अरदास चरणा कमला का समूह परिवार वालों बख्शियां दातां चो आप जी दे चरणों में सतगुरु जी पंचम कड़ा प्रसादी देख सजा के हाजिर की गई है। दर परवान होवे संगत विच वरताउण दी आग्या होवे जो जी सके सतनाम श्री वाहिगुरू आप जी का नाम जपे खजाने भरपूर करने काल कंठ दूर करने मनोकामना गुरमत अनुसार पूरियां करनियां जी। अरदास बेनती चरणा कमला का समूह करनी सतगुरु जी कृपा करो पावन हुक्म बख्श के सर्वत संतों ने याद करो हे प्यारे मेरे नाम दे आप नाम देते अवराम कर दी वाले वाहिगुरू जी का खालसा वाहिगुरू जी की फतेह दोहरा गया भई
ਸਭ ਸਿੱਖਣ ਕੋ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਰੋਜ ਹੈ ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲेंगे ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰਤੇ ਵੰਦੇ ਗੁਰ ਪਾਰ ਤਾਰਨ ਹਾਰ ਜੋ ਸਰਦਾ ਕਰਤੇ ਵੰਦੇ ਬੋਲੇ ਸੋਨਿਹਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਠ ਵਾਲੀ ਢੋਲੀ ਘਰੇ ਪਈ ਆ ਮੇਰੇ ਕੋਲ ਯਾਰ ਹਾਂ ਆ ਫੇਰ ਸਤਨਾਮ ਆਗਰਾ ਸ੍ਰੀ ਵਾਹਿਗੁਰੂ ਬਰਾਂਡੇ 'ਚ ਪਈ ਆ ਉਹਨਾਂ ਦੀ ਸਾਹਿਬ ਜੀ ਰਾਮ ਲਿਓ ਰਾਮ ਲਿਓ ਜਾ ਕੋ ਬਹੁ ਪਰਵਾਰ ਕਹੋ ਨਾਨਕ ਨਾਨਕ ਨਹੀਂ ਤੁਮਨੇ ਜਿਉ ਸੰਸਾਰ ਨਾਗੇ ਆਵਣਾ ਨਾਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਵਸ ਸੋਈ ਲੈ ਜਾਏਗਾ ਰੋਸ ਕਿਸੈ ਸਿਉ ਕੀਜੈ ਵਾਹਿਗੁਰੂ ਸਾਹਿਬ ਜੀ ਦਿਨ ਤੇ ਪਹਿਰ ਤੇ ਕਰੀਆਂ ਆਵ ਕਟੈ ਤਨ ਛੀਜੈ ਕਾਲ ਵਹੇਰੀ ਫਿਰ ਬਦਕ ਜਿਉ ਕਹੋ ਕਬਨ ਬਿਦ ਕੀਜੈ ਦਿਨ ਤੇ ਪਹਿਰ ਤੇ ਕਰੀਆਂ ਆਵ ਕਟੈ ਤਨ ਛੀਜੈ ਕਾਲ ਹੇਰੀ ਫਿਰ ਬਦਕ ਜਿਉ ਕਹੋ ਕਬਨ ਬਿਦ ਕੀਜੈ ਸੋ ਦਿਨ ਆਵਨ ਲਗਾ ਮਾਤ ਪਿਤਾ ਭਾਈ ਸੁਤਵੰਤਾ ਕਹੋ ਕੋ ਹੈ ਕਾਕਾ ਰਹਾਉ ਜਬ ਲਗ ਜੋਤ ਕਾਇਆ ਮਹਿ ਬਰਤੈ ਆਪਾ ਪਸ਼ੂ ਨਾ ਬੁਝੈ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ केवल नाम जपो रे प्राणी पर हो एक की शरणा कहत कबीर सुनो रे प्राणी छोड़ो मन के परमा केवल नाम जपो रे प्राणी परो एक की शरणा। वाहिगुरु जी का खालसा वाहिगुरु जी की फतेह।
ਸੋ ਹੁਣ ਬੇਨਤੀ ਹੈ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਸੀਰ ਸਿੰਘ ਜੀ ਉਹ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਭਾਈ ਜਗਸੀਰ ਸਿੰਘ ਜੀ ਨੂੰ ਬੇਨਤੀ ਹੈ ਸਟੇਜ ਤੇ ਆ ਕੇ ਭਾਈ ਸੰਗਤਾਂ ਦੇ ਨਾਲ ਆਪੋ ਆਪਣੇ ਵਿਚਾਰ ਸਾਂਝੇ ਕਰਨ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਅੰਦਰ ਇਕੱਤਰ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੇ ਹੁਕਮ ਅਨੁਸਾਰ ਜੋ ਆਇਆ ਸੋ ਚੱਲਸੀ, ਸਭ ਕੋ ਇਹ ਆਈ ਵਾਰੀ ਹੈ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਸਰਦਾਰ ਲਹਿੰਬਰ ਸਿੰਘ ਜੀ, ਜੋ ਕਿ ਸਤਿਗੁਰਾਂ ਪਾਸੋਂ ਦਿੱਤੀ ਹੋਈ ਪੂੰਜੀ ਨੂੰ ਭੋਗ ਕਰਕੇ ਇਸ ਸੰਸਾਰ ਤੋਂ ਅਕਾਲ ਚਲਾਣਾ ਕਰਦੇ ਸਨ, ਜਿਨ੍ਹਾਂ ਦੀ ਅੱਜ ਅੰਤਮ ਅਰਦਾਸ ਦੇ ਵਿੱਚ ਇਲਾਕੇ ਭਰ ਤੋਂ ਸਰਪੰਚ ਪੰਚ ਔਰ ਸਮੁੱਚੀਆਂ ਸੰਗਤਾਂ बहुत ही सत्कारयोग बुलारे श्री ਸਾਹਿਬ ਗਰੇਵਾਲ ਸਾਹਿਬ एमएलए साहब गुरचरण सिंह जी गरेवाल साहब सरदार चंद सिंह जी डल्ला, बहुत सारे सत्कारयोग वीरों भरावो, मेरे तो ਵੱਧ ਭਲੀ ਬਾਤ आप सारे इस परिवार बारे बहुत जानते हो, क्योंकि परिवार सतगुरु श्री गुरु ग्रंथ साहिब जी की बहुत ही जो सेवा आप कह लिए करते हैं, क्योंकि इन्हों लगन अपने बड़े वडेरिया तो बजुर्गों तो मिली हुई है। मैं आप जी साझा करना वा कि जिस स्थान से अज सरदारियां की अंतिम अरदास हुई है, इसे स्थान की जी सेवा आरंभी सी वो इन्होंने पिता सरदार सरमन सिंह जी उन्होंने और उन्होंने इलाके के जो भी साढ़े उस टाइम के बजुर्ग सन, उन्होंने इकट्ठे होकर इस गुरुद्वारा साहब की सेवा आरंभी सी, जिन्होंने गुरुद्वारा साहब इत्थे तैयार करवाया। तो इस परिवार वालों एक निशान साहब की सेवा भी जो करवाई गई सी, क्योंकि इस परिवार को अथाह प्यार, अथाह विश्वास ते अथाह सत्कार है गुरु ग्रंथ साहब ते। मैं भी साझी कर लवां तुहाडे नाल कि इकल्ला ये परिवार नहीं, जिन्हें इन्हां दे रिश्तेदार ने, साडीआं भैणां ने इत्थे भी गईआं ने, उन्होंने परिवार भी इस गुरु घर नाल अथाह प्यार करते हैं। बच्चियां मैं सवेरे देखता हूँ अमृत वेले इन्हों के रिश्तेदारी जो बच्चियां आईयां हुई वो गुरु घर आके सवेरे सेवा करदियां ने। सो इन्हां दा प्यार इस गुरु घर दे नाल जो सरदार बाबा सरमन सिंह जी हुणां वल्लों साडे बहुत ही सत्कारयोग चाचा लहंबर सिंह हुणां नूं, उन्हां दे सुपुत्र गहां सरदार जगरूप सिंह जी नूं और सारे परिवार नूं जो ये मिलिया। सो मैं ज़्यादा टाइम ना लवां क्योंकि अपने विचकार बुलारे काफ़ी ने। सो मैं बेनती करूँगा सब तो पहला साढ़े विचकार सरदार गुरचरण सिंह जी गरेवाल मैंबर SGPC अमृतसर, इन्होंने मैं बेनती करूँगा कि चाचा जी को सादा दे फल भेंट कर सरदार गुरचरण सिंह जी गरेवाल। बहुत ही सत्कारयोग
ਸਰਦਾਰ ਰਹਿਮਤ ਸਿੰਘ ਜੀ ਦੀ ਅੰਤਮ ਅਰਦਾਸ ਦੇ ਸਮੇਂ ਤੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਧਾਲੀਵਾਲ ਪਰਿਵਾਰ ਦੇ ਨਾਲ ਟੋਪੀ ਸਾਂਝ ਪਾਠ ਕਰਨ ਲਈ ਬਹੁਤ ਵੱਡੀ ਗਿਣਤੀ ਵਿੱਚ ਅੱਜ ਇਸ ਅੰਤਮ ਅਰਦਾਸ ਦੇ ਸਮੇਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਜੋ ਬੈਠ ਕੇ ਕੀਰਤਨ ਕਥਾ ਵਿਚਾਰ ਸਰਵਣ ਕਰ ਰਹੇ ਗੁਰੂ ਸਾਹਿਬ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਕਥਨ ਹੈ ਰਾਮ ਗयो रावण गयो जहाँ को वो परिवार को नानक करके चली सुपने जो संसार जो आया सबने चले जाना। गल मैं लंबी ना करा ये जी अंतम अरदास होंगी है अपनी सब की होनी है। ये पता नहीं कदों की है जिन्हें विश्वास सानू बख्शे है कदों पूरे हो जाने ने ये उस अकाल पुरख नूं पता है। उस अकाल पुरख की वाहिगुरू की कुदरत है। अंतम अरदास एक वारी होंगी है इस मारलोक के अंदर कि ये व्यक्ति जड़ा जान वाला उसने इस दुनिया के विचरदियां किहो जिहा काम कीता किहो जिहे कारज कीते होणगे। अज दा जिहड़ी अंतम अरदास है ते गवाहां की गिनती है ये इस गल की बयान करती है कि सरदार लहमत सिंह होना ने उन्होंने परिवार ने समाज के अंदर भाईचारे के अंदर का कारज कीते ने गुरु के लिए समर्पण होकर भी अपनी उम्र जी है वो लेखे में लाई है। जिक्र होया गुरुद्वारा साहब की सेवा का होर भी जिहड़ियां सेवावां ये भागां वालियां नूं मिलदियां वो बड़े पुन्ना वाले बंदे हुंदे आ जिन्हां नूं गुरु समर्थ बख्शदा ते वो धर्म कर्म की सेवा करते हैं। फिर उस बाद मैं देख रहा मैनूं लगता नहीं भी नेड़े तेड़े पिंड का मोहतवार जिहड़ा नाम पहुंचा हो रिश्तेदार साख संबंधी का अपने एक संबंध होंगे आ। मैं ते कलेर साहब असीं रस्ते च आउंदे गल कर रहे थे तो गड्डी सानूं बहुत दूर पिछे खड़ाउणी पई काफ़ी ज़्यादा जिहड़े कहंदे हुंदे संगत पहुंची है। तो ये उही गल कर रहे थे कि इन्हां दा समाज के अंदर कितना बड़ा भाईचारा होएगा। भावें कि ये गल ठीक है कि असीं आपकी मेल मिल लीए क्योंकि अज के समय से इतने कोई राजनीतिक पक्ष नहीं देना चाहता पर सानू इस गल की मेल है कि अकाली दल के नाल एक वफादार कहते होंगे जरनैल के तौर पर उन्होंने अपनी जिंदगी जी है वो लेखे में लाई है। साडे भी इस गल का जे उन्होंने की पार्टी की सेवा नहीं मान है पर अज परिवारक रूप में साडे मन के अंदर बहुत बड़ा दुख है कि उन्होंने साडे विचकारों जाना बहुत बड़ा घाटा है। भावें उन्होंने परिवार लिए तो बहुत बड़ा है क्योंकि बाप जिहड़ा बाप की करनी बड़ी महान है। मैं हर थां गल सुनाया करदा अजकल के नौजवान जिहड़े बच्चे है वो अपने आप को ही समझते हैं कि असी बहुत पढ़ लिख गए हैं पर एक सियाणे ने ये गल लिखी है उन्हें कहा कि जिथे मां का रोल अपने आप के बड़ा बड़ा है उसे बाप का रोल भी बहुत बड़ा है। उन्होंने लिखने वाले ने लिखा कि उन्होंने सूरज की तपश को सहना सीखो बाप की झिड़क को जरना सीखो। कहना जो सूरज अस्त हो जाता है हनेरा हो जाता है पर कहना जो बाप साढ़े को चला जाता तो जिंदगी में हनेरा हो जाता है। बड़ा कमाल की गल की पिता का रोल जड़ा वा पिता ने सानू चलना फिरना समाज के अंदर एक साया होंदा जे पिता की आप गल करते हैं गुरु पिता की गल करते गुरु साहब पिता के समान इवें साडा बाप है उसका भी रोल बहुत बड़ा देना दे नहीं सकते। तो सरदार लहमत सिंह उन्होंने अपने बच्चों लिए बहुत चंगे संस्कार दिते। ये तो बड़े संस्कार की होंगे कि उन्होंने आपके बच्चे का है कोई रिश्तेदार भी आता वो भी गुरु घर आके मत्था टेकदा। सो ऐसे संस्कार हर घर के होण गुरु कृपा करे। और लहमत सिंह उन्होंने जाना साडे वास्ते बहुत बड़ा घाटा है। इत्थे तुहाडा जितना बड़ा परिवार इत्थे बैठा इन्हां ने घाटा उत्थे मैं समझना कि साडू पार्टी वास्ते बहुत बड़ा घाटा। पर कहते जिस ठाकर सो ना ही चारा तां कि जे सदन नमस्कार साडे बड़े भरे मन दे नाल अज असीं उन्हां नूं श्रद्धा दे फुੱਲ भेट करदे हां। गुरु कृपा करी जिहड़ा वड्डा परिवार नूं दुख आया उन्हां दे पुत्रां नूं उन्हां दीआं पुत्रियां नूं उन्हां दे रिश्तेदारां नूं गुरु समर्था बख्शे। ये परिवार इसी तरह ही उन्होंने
ਨਕਸ਼ੇ ਕਦਮ ਤੇ ਚੱਲਦਾ ਹੋਇਆ ਸਮਾਜ ਦੀ, ਧਰਮ ਦੀ, ਕੌਮ ਦੀ, ਭਾਈਚਾਰੇ ਦੀ ਸੇਵਾ ਇਸੇ ਤਰ੍ਹਾਂ ਕਰਦਾ ਰਹੇ। ਸੋ ਅਖੀਰ ਦੇ ਵਿੱਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਤੁਹਾਡੇ ਨਾਲ ਰਲ ਕੇ ਅਰਦਾਸ ਕਰਦਾ ਕਿ ਕਿਰਪਾ ਕਰੇ, ਪਿਛੜੀ ਆਤਮਾ ਨੂੰ ਜਨਮ ਨਿਵਾਸ ਬਖਸ਼ੇ, ਪਿੱਛੇ ਪਰਿਵਾਰ ਨੂੰ ਪਾਣਾ ਬਣਨ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਗਰੇਵਾਲ। ਸੋ ਮੈਂ ਜ਼ਿਆਦਾ ਸਮਾਂ ਹੁੰਦਾ ਕਰਕੇ ਉਸ ਬੁਲਾਰਿਆਂ ਕੋਲੋਂ ਮਾਫੀ ਚਾਹੂੰਗਾ, ਜਿਨ੍ਹਾਂ ਵਿੱਚੋਂ ਸਰਦਾਰ ਸ਼ੇਰ ਸਿੰਘ ਜੀ ਸਰਪੰਚ ਰਸੂਲਪੁਰ, ਜਥੇਦਾਰ ਸੁਖਦੇਵ ਸਿੰਘ ਜੀ ਡੇੜਕਾ, ਜਗਸੀਰ ਸਿੰਘ ਸਰਪੰਚ ਲੋਪੋ, ਅਵਤਾਰ ਸਿੰਘ ਸਾਬਕਾ ਸਰਪੰਚ ਮੱਲਾ, ਗੁਰਵੀਰ ਸਿੰਘ ਜੀ ਡੇੜਕਾ, ਗੁਰਚਰਨਜੀਤ ਸਿੰਘ ਜੀ ਰਾਜੂ ਸਾਬਕਾ ਬਲਾਕ ਸੰਮਤੀ ਮੈਂਬਰ ਟੱਲਾ, ਨੰਬਰਦਾਰ ਸਰਦਾਰ ਜਸਵੀਰ ਸਿੰਘ ਜੀ ਡੇੜਕਾ, ਕੁਲਦੀਪ ਸਿੰਘ ਹਠੂਰ, ਦਰਸ਼ਨ ਸਿੰਘ ਜੀ ਮੁਨਸੀ ਟਰੱਕ ਯੂਨੀਅਨ ਹਠੂਰ, ਅਮਰਜੀਤ ਸਿੰਘ ਜੀ ਰਸੂਲਪੁਰ, ਮਾਸਟਰ ਨਰੇਸ਼ ਕੁਮਾਰ ਤੇ ਸਮੂਹ ਸਟਾਫ ਸੀਨੀਅਰ ਸੈਕੰਡਰੀ ਸਕੂਲ ਲੱਖਾ, ਉਹਨਾਂ ਵੱਲੋਂ ਵੀ ਹਾਜ਼ਰੀ ਹੋਏਗੀ। ਪੱਤਰਕਾਰ ਜਸਵਿੰਦਰ ਸਿੰਘ ਜੀ ਛੰਦਾ ਡੇੜਕਾ, ਸਰਪੰਚ ਹਰਵੰਸ ਸਿੰਘ ਮੱਲਾ, BBSV ਕਾਨਵੈਂਟ ਸਕੂਲ ਵੱਲੋਂ ਸ਼ੋਕ ਸੰਦੇਸ਼ ਆਇਆ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਸੋ ਮੈਂ ਮਾਫੀ ਚਾਹੂੰਗਾ ਕਿ ਸਰਦਾਰ ਚੰਦ ਸਿੰਘ ਜੀ ਡੱਲਾ ਜ਼ਿਆਦਾ ਸਮਾਂ ਹੁੰਦਾ ਕਰਕੇ ਅਸੀਂ ਸਮਾਂ ਨਹੀਂ ਸਕਦੇ। ਮੈਂ ਮਾਫੀ ਚਾਹੂੰਗਾ ਸਾਰੇ ਪਰਿਵਾਰ ਵੱਲੋਂ ਤੇ ਆਪਣੇ ਵੱਲੋਂ ਵੀ। ਸਾਡੇ ਜੋ ਸਰਦਾਰ ਚੰਦ ਸਿੰਘ ਜੀ ਡੱਲਾ ਉਹ ਪਹੁੰਚੇ ਨੇ, ਉਹਨਾਂ ਤੋਂ ਮਾਫੀ ਚਾਹਾਂਗਾ। ਤੇ ਭਾਈ ਕੁਲਵੰਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਮਹਿਜਾਨਾ ਸਾਹਿਬ, ਉਹਨਾਂ ਤੋਂ ਵੀ ਮੈਂ ਮਾਫੀ ਚਾਹਾਂਗਾ। ਸਾਡੇ ਬਹੁਤ ਹੀ ਸਤਿਕਾਰਯੋਗ ਆਇਆ ਜੀ ਸਰਦਾਰ ਮੇਜਰ ਸਿੰਘ ਜੀ ਲੱਖਾ, ਮੈਂ ਉਹਨਾਂ ਤੋਂ ਵੀ ਮਾਫੀ ਚਾਹਾਂਗਾ। ਸੋ ਜਿੱਥੇ ਮੈਂ ਪਹਿਲਾਂ ਤੁਹਾਡੇ ਨਾਲ ਇਸ ਪਰਿਵਾਰ ਦਾ ਜ਼ਿਕਰ ਕੀਤਾ, ਸਾਡੇ ਸਤਿਕਾਰਯੋਗ ਚਾਚਾ ਜੀ ਸਰਦਾਰ ਲੈਂਬਰ ਸਿੰਘ ਜੀ, ਉਹਨਾਂ ਦੇ ਤਿੰਨ ਭਰਾ ਸਰਦਾਰ ਮਲਕੀਤ ਸਿੰਘ ਜੀ, ਸਰਦਾਰ ਸੁਰਜੀਤ ਸਿੰਘ ਜੀ, ਸਰਦਾਰ ਠਾਕੁਰ ਸਿੰਘ ਜੀ। ਸੋ ਇਹਨਾਂ ਵਿੱਚੋਂ ਵੀ ਕੁਝ ਸਮਾਂ ਪਹਿਲਾਂ ਸਾਡੇ ਸਤਿਕਾਰਯੋਗ ਚਾਚਾ ਜੀ ਸੁਰਜੀਤ ਸਿੰਘ, ਉਹ ਵੀ ਇਸ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਸੋ ਜਿਨ੍ਹਾਂ ਦੀ ਇਸ ਗੁਰੂ ਘਰ ਦੇ ਨਾਲ ਬਹੁਤ ਜ਼ਿਆਦਾ ਲੱਗਣ ਸੀ। ਮੈਂ ਇਹ ਕਹਿ ਲਵਾਂ ਕਿ ਜੇਕਰ ਅੱਜ ਮੈਂ ਸਟੇਜ ਤੇ ਖੜਾ ਤਾਂ ਮੈਂ ਉਹਨਾਂ ਦੀ ਬਦੌਲਤ ਇਸ ਸਟੇਜ ਦੇ ਉੱਤੇ ਖੜਾ, ਕਿਉਂਕਿ ਮੈਂ ਨਿੱਕਾ ਜਿਹਾ ਹੁੰਦਾ ਸੀਗਾ ਤਾਂ ਇਹ ਗੁਰੂ ਘਰ ਦੀ ਜਦੋਂ ਆਰੰਭਤਾ ਹੋਈ, ਇਸ ਪਰਿਵਾਰ ਨੇ ਸੇਵਾ ਕਰਵਾਈ, ਤਾਂ ਉਹਨਾਂ ਨੇ ਸਾਨੂੰ ਸਾਡੇ ਇਲਾਕੇ ਦੇ 5-7 ਮੁੰਡਿਆਂ ਨੂੰ ਗੁਰੂ ਘਰ 2 ਟਾਈਮ ਬੁਲਾਉਣਾ, ਸਾਨੂੰ ਗੁਰਬਾਣੀ ਦੀ ਸੰਥਿਆ ਦੇਣੀ, ਕਹਾਣੀਆਂ ਸੁਣਾਉਣੀਆਂ, ਕਥਾਵਾਂ ਸੁਣਾਉਣੀਆਂ। ਸਾਨੂੰ ਗੁਰੂ ਘਰ ਦੇ ਨਾਲ ਸਰਦਾਰ ਸੁਰਜੀਤ ਸਿੰਘ ਜੀ ਉਹਨਾਂ ਨੇ ਇਸ ਗੁਰੂ ਘਰ ਦੇ ਨਾਲ ਜੋੜਿਆ। ਮੈਂ ਮਾਣ ਅੱਜ ਮਹਿਸੂਸ ਕਰਦਾ ਇਸ ਪਰਿਵਾਰ ਦਾ ਕਿ ਜੇਕਰ ਮੈਂ ਪਹਿਲਾਂ ਵੀ ਦੱਸਿਆ ਇਸ ਸਟੇਜ ਤੇ ਖੜਾ ਤਾਂ ਮੈਂ ਇਸ ਪਰਿਵਾਰ ਦੀ ਬਦੌਲਤ ਇਸ ਸਟੇਜ ਦੇ ਉੱਤੇ ਖੜਾ। ਸੋ ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦਾ, ਮੈਂ ਬੇਨਤੀ ਕਰੂੰਗਾ ਸ੍ਰੀ SR ਕਲੇਰ ਜੀ ਸਾਬਕਾ MLA ਜਗਰਾਉਂ, ਉਹ ਚਾਚਾ ਜੀ ਨੂੰ ਸਾਦਾ ਦੇ ਫੁੱਲ ਭੇਟ ਕਰਨ। ਸ੍ਰੀ SR ਕਲੇਰ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਤੇ ਪਾਵਨ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਪਿਆਰੇ ਸਾਧ ਸੰਗਤ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਲੈਂਬਰ ਸਿੰਘ ਧਾਲੀਵਾਲ ਸਾਹਿਬ, ਉਹਨਾਂ ਦੀ ਅੰਤਮ ਅਰਦਾਸ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇਕੱਤਰ ਹੋਏ। ਗੁਰੂ ਸਾਹਿਬ ਦਾ ਫਰਮਾਨ ਹੈ, ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਜੋ ਵੀ ਪ੍ਰਾਣੀ ਇਸ ਮਾਰਗ ਦੇ ਉੱਤੇ ਆਉਂਦਾ, ਜਾਣਾ ਅਵਸ਼ ਹੈ, ਮੌਤ ਇੱਕ ਅਟਲ ਸਚਾਈ ਹੈ। ਗੁਰੂ ਸਾਹਿਬ ਨੇ ਜਿਹਦੇ ਸਵਾਸਾਂ ਦੀ ਬੁਝੀ ਸਰਦਾਰ ਸਾਹਿਬ ਨੂੰ ਬਖਸ਼ਿਸ਼ ਕੀਤੀ ਸੀ, ਉਹਦਾ ਭੁਗਤਾਨ ਕਰਕੇ ਗੁਰੂ ਚਰਨਾਂ ਤੇ ਜਾ ਰਾਜੀ। ਉਹਨਾਂ ਦੀ ਸ਼ਖਸੀਅਤ ਬਾਰੇ, ਪਰਿਵਾਰ ਬਾਰੇ ਮੇਜਰ ਬਾਦਾ ਗਰੇਵਾਲ ਸਾਹਿਬ ਨੇ ਤੇ ਰਜਿਸਟਰੀ ਸੈਕਟਰੀ ਸਾਹਿਬ ਨੇ ਬਹੁਤ ਵਿਸਥਾਰ ਸਹਿਤ ਕੀਤੀ ਹੈ। ਗੁਰੂ ਘਰ ਨਾਲ ਜੁੜਿਆ ਹੋਇਆ ਪਰਿਵਾਰ, ਸਭ ਤੋਂ ਵੱਡੀ ਗੱਲ ਤਾਂ ਮੈਂ ਇਹੀ ਕਹਾਂਗਾ ਕਿ ਅਸਲ ਕਮਾਈ ਤਾਂ ਇਹ ਹੀ ਆ। ਦੇਖੋ ਬਾਕੀ ਤਾਂ ਆਪਾਂ ਪਰਿਵਾਰ ਪਾਲਣੇ ਆ, ਪਰਿਵਾਰਾਂ ਦਾ ਵੀ ਦੇਖਣਾ ਹੈਗਾ,
ਲੇਕਿਨ ਜਿਹਦਾ ਲੇਖਾ ਜੋਖਾ ਜਾ ਕੇ ਅਖੀਰ ਵਿੱਚ ਹੋਣਾ ਉਹ ਇਹੀ ਆ ਕਿ ਅਸੀਂ ਨਾਮ ਸਿਮਰਨ ਕੀ ਕੀਤਾ, ਕਿੰਨਾ ਸਮਾਂ ਜਿਹੜਾ ਹੈਗਾ ਸੀ ਉਹਦੀ ਯਾਦ ਦੇ ਵਿੱਚ ਸੱਚੇ ਪਾਤਸ਼ਾਹ ਦੇ ਉਹ ਆਸਾ ਲੈ ਕੇ ਕਿੰਨਾ ਸਮਾਂ ਆਪਾਂ ਆਪਣੇ ਵਾਸਤੇ, ਇਹ ਆਪਣੇ ਵਾਸਤੇ ਸਮਾਂ, ਕਿਉਂਕਿ ਇਹ ਜਿਹੜੀ ਕਮਾਈ ਹੈ ਇਹ ਤੁਹਾਡੀ, ਇਹ ਉਸ ਜੀਵ ਦੀ ਆਪਣੀ ਕਮਾਈ ਹੈ। ਤੇ ਅਸੀਂ ਦੁਨੀਆਦਾਰੀ ਦੇ ਕੰਮਕਾਰ ਤਾਂ ਕਰਦੇ ਹਾਂ, ਇਸ ਪਾਸੇ ਨੂੰ ਭੁੱਲ ਜਾਂਦੇ ਹਾਂ। ਲੇਕਿਨ ਸਰਦਾਰ ਸਾਹਿਬ ਨੇ ਇਸ ਪਾਸੇ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ। ਔਰ ਖਾਸ ਤੌਰ 'ਤੇ ਮੈਨੂੰ ਇਸ ਗੱਲ ਦਾ ਵੀ ਜੋ ਦੱਸਿਆ ਗਿਆ ਜਿਵੇਂ, ਤੇ ਇਹਨਾਂ ਦੇ ਪਿਤਾ ਜੀ ਗੁਰਦੁਆਰਾ ਸਾਹਿਬ ਦੇ ਖਜ਼ਾਨਚੀ ਰਹੇ ਆ, ਬੜੀ ਵੱਡੀ ਸੇਵਾ ਕਰਦੇ ਰਹੇ ਆ। ਮੈਂ ਸਮਝਦਾ ਬੜਾ ਭਾਗਾਂ ਵਾਲਾ ਪਰਿਵਾਰ ਹੈ ਜਿਹਨੇ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਇਹਨਾਂ ਦੇ ਹੋਣਹਾਰ ਸਪੁੱਤਰ ਸਾਡੇ ਨਾਲ ਮੋਢਾ ਤੋਂ ਮੋਢਾ ਲਾ ਕੇ ਚੱਲ ਰਹੇ ਆ। ਔਰ ਜਗਰੂਪ ਸਿੰਘ ਹੋਣੀ ਤੇ ਨਾਲ ਮੈਂ ਅੱਜ ਇਸ ਸਮੇਂ ਦੇ ਵਿੱਚ ਮੈਂ ਜ਼ਰੂਰ ਪਰਿਵਾਰ ਦਾ ਵੀ ਧੰਨਵਾਦ ਕਰਨਾ ਚਾਹੂੰਗਾ ਕਿ ਗੁਰੂ ਨੇ ਕਿਰਪਾ ਕੀਤੀ। ਦਾਸ 2012 ਤੋਂ 2017 ਤੱਕ ਬਤੌਰ MLA ਸੇਵਾ ਨਿਭਾਈ ਆ। ਜੇ ਉਹ ਮੈਨੂੰ ਸੇਵਾ ਜੋ ਮੈਨੂੰ ਬਖਸ਼ੀ ਗਈ ਆ, ਉਹਦੇ ਵਿੱਚ ਇਸ ਪਰਿਵਾਰ ਦਾ ਵੀ ਬਹੁਤ ਵੱਡਾ ਰੋਲ ਹੈ। ਇਸ ਪਰਿਵਾਰ ਨੇ ਵੀ ਬਹੁਤ ਮਿਹਨਤ ਕਰਕੇ ਦਾਸ ਨੂੰ ਇਹ ਸੇਵਾ ਦੇਣ ਦਾ ਮੌਕਾ ਦਵਾਇਆ। ਧੰਨਵਾਦ ਕਰਦਾ ਪਰਿਵਾਰ ਦਾ, ਕਿਉਂਕਿ ਪਰਿਵਾਰ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਤਤਪਰ ਰਹਿੰਦਾ, ਮਿਹਨਤ ਕਰਦੇ ਆ। ਔਰ ਚੰਗਾ ਪਰਿਵਾਰ ਹੈ। ਅੱਜ ਦਾ ਜੋ ਇਕੱਠ ਹੈ ਇਸ ਗੱਲ ਦਾ ਪ੍ਰਤੀਕ ਹੈ ਕਿ ਤੁਸੀਂ ਸਾਰੇ ਇਸ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਹੋ, ਬਹੁਤ ਸਤਿਕਾਰ ਦਿੰਦੇ ਹੋ। ਔਰ ਸਰਦਾਰ ਸਾਹਿਬ ਦਾ ਬਹੁਤ ਜ਼ਿਆਦਾ ਮਾਣ ਤੇ ਸਤਿਕਾਰ ਸਾਡੇ ਸਮਾਜ ਦੇ ਵਿੱਚ ਹੈਗਾ। ਮੈਂ ਛੋਟੀ ਗੱਲ ਕਰਦਾ ਹੋਇਆ ਮੇਰੇ ਬੈਠੇ ਨੂੰ ਯਾਦ ਆ ਰਿਹਾ ਸੀਗਾ, ਗੁਰੂ ਸਾਹਿਬ ਦਾ ਇੱਕ ਫਰਮਾਨ ਹੈ, ਗੁਰੂ ਪੰਜਵੇਂ ਪਾਤਸ਼ਾਹ ਦਾ, ਜਿਹਾ ਬੀਜੇ ਸੋ ਲੂਣੇ ਕਰਮਾ ਸੰਗੜਾ ਖੇਤ। ਭਾਈ ਖੇਤ ਦਾ ਮਤਲਬ ਹੈਗਾ ਸਰੀਰ। ਜੋ ਆਪਾਂ ਬੀਜਾਂਗੇ, ਆਪਾਂ ਸਾਰੇ ਕਿਸਾਨ ਭਰਾ ਬੈਠੇ ਹਾਂ, ਜੋ ਬੀਜਾਂਗੇ ਉਹੀ ਵੱਢਾਂਗੇ। ਭਾਈ ਆਪਾਂ ਕੋਈ ਚੰਗਾ ਕਰਦੇ ਹਾਂ, ਚੰਗਾ ਕਰਾਂਗੇ ਤਾਂ ਚੰਗਾ ਆਪਾਂ ਵੱਢਾਂਗੇ। ਤੇ ਨਾਲ ਜਿਹੜੀ ਹੈ ਹੁਣੇ ਆਪਾਂ ਆਨੰਦ ਸਾਹਿਬ 'ਚ ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ ਕਰਨੀ ਆਪੋ ਆਪਣੀ ਕਹਿ ਦੇ ਕਹਿ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ ਨਾਨਕ ਤੇ ਮੁਕੂ ਕੀਤੀ ਛੁੱਟੀ ਨਾਲ। ਉਹ ਭਾਈ ਚੰਗਾ ਕਰ ਲਓ, ਸਮਾਂ ਬੀਤ ਜਾਣਾ, ਇਹ ਬੀਤੀ ਜਾ ਰਿਹਾ। ਤੇ ਆਪਾਂ ਦੇਖ ਲਓ ਪਿਛਲੇ ਸਾਲ ਦੇ ਦੌਰਾਨ ਆਪਣਾ ਇਹੋ ਜਿਹੀ ਮਹਾਂਮਾਰੀ ਆਈ ਜਿਹਦੇ ਵਿੱਚ ਸਾਡੀਆਂ ਕਈ ਪਿਆਰੀਆਂ ਰੂਹਾਂ ਚਲ ਗਈਆਂ, ਸਾਡੇ ਰਿਸ਼ਤੇਦਾਰ ਕਈ ਮਿੱਤਰ ਸੱਜਣ ਚਲੇ ਗਏ। ਤੇ ਸਮੇਂ ਨੇ ਦੇਖਣਾ ਨਹੀਂ, ਆਪਾਂ ਸਾਰੇ ਇੱਕ ਲਾਈਨ 'ਚ ਲੱਗੇ ਹਾਂ। ਉਹ ਲਾਈਨ 'ਚ ਕਦੋਂ ਕਿਹੜੀ ਵਾਰੀ ਆਣੀ ਹੈ ਕੋਈ ਪਤਾ ਨਹੀਂ। ਤੇ ਜੋ ਸਮਾਂ ਸਾਨੂੰ ਮਿਲਦਾ ਹੈਗਾ ਗੁਰੂ ਦੀ ਸੰਗਤ ਕਰਕੇ, ਗੁਰੂ ਦੇ ਓਟ ਆਸਰਾ ਲੈ ਕੇ, ਗੁਰੂ ਦੇ ਹੁਕਮ ਦੇ ਅਨੁਸਾਰ ਆਪਾਂ ਨਾਮ ਸਿਮਰਨ ਜਪੀਏ ਤੇ ਗੁਰੂ ਦੇ ਬਣ ਕੇ ਆਪਾਂ ਇੱਥੋਂ ਆਪਾਂ ਜਿਹੜਾ ਹੈਗਾ ਸਾਡਾ ਸਮਾਂ ਨਿਕਲ ਜਾਏ ਵਧੀਆ। ਇੱਥੇ ਵੀ ਲੋਕ ਸੁਖੀਏ ਲੋਕ ਸਹਿਜੇ। ਤੇ ਮੈਂ ਸਮਝਦਾ ਹੈਗਾ ਕਿ ਇਹਨਾਂ ਤੋਂ ਸਿੱਖਣ ਦੀ ਲੋੜ ਹੈਗੀ ਆ। ਇਸ ਮਹਾਨ ਮੈਂ ਤਾਂ ਕਹਾਂਗਾ ਸ਼ਖਸੀਅਤ ਤੋਂ ਸਾਨੂੰ ਸਿੱਖਣ ਦੀ ਲੋੜ ਹੈਗੀ ਆ ਕਿ ਆਓ ਆਪਾਂ ਵੀ ਆਪਣਾ ਜੀਵਨ ਵਧੀਆ ਗੁਜ਼ਾਰੀਏ ਔਰ ਗੁਰੂ ਦੇ ਹੁਕਮ ਦੇ, ਗੁਰੂ ਦੇ ਭੈ ਦੇ ਵਿੱਚ, ਗੁਰੂ ਦੇ ਜੋ ਦਇਆ ਮੇਰ ਬਖਸ਼ਿਸ਼ ਲੈ ਕੇ ਆਪਾਂ ਆਪਣਾ ਜੀਵਨ ਚੰਗਾ ਕਰਨ ਦੀ ਕੋਸ਼ਿਸ਼ ਕਰੀਏ। ਮੈਂ ਜਿੱਥੇ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ, ਉੱਥੇ ਮੈਂ ਨਾਲ ਹੀ ਇਹਨਾਂ ਬਚਨਾਂ ਨਾਲ, ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਸਮਾਪਤੀ ਕਰਾਂਗਾ। ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੰਡ ਮਿਲਿਆ। ਮੇਰੇ ਤੋਂ ਬੋਲਦੇ ਹੋਏ ਕੋਈ ਗੱਲ ਕੋਈ ਅੱਗੇ ਪਿੱਛੇ ਹੋ ਗਿਆ ਹੋਇਆ ਤਾਂ ਉਹਦੀ ਜਮਾਦਾ ਜਾ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਸ੍ਰੀ ਕਲੇਸ਼ ਸਾਹਿਬ ਦਾ। ਸੋ ਜਿੱਥੇ ਮੈਂ ਮਾਫੀ ਚਾਹਾਂਗਾ ਚੇਅਰਮੈਨ ਸਰਦਾਰ ਗੁਰਸੇਵ ਸਿੰਘ ਜੀ ਗਾਰੀਵਾਲ ਉਹਨਾਂ ਵੱਲੋਂ ਤੇ ਸਰਪੰਚ ਜਸਵੀਰ ਸਿੰਘ ਜੀ ਲੱਗਾ ਉਹਨਾਂ ਵੱਲੋਂ ਮਾਫੀ ਚਾਹਾਂਗਾ, ਉੱਥੇ ਮੈਂ ਸਮੁੱਚੀਆਂ ਸੰਗਤਾਂ ਦਾ ਇਸ ਸਮਾਗਮ ਦੇ ਵਿੱਚ ਬਰਾਗਮਈ ਸਮਾਗਮ ਦੇ ਵਿੱਚ ਪਹੁੰਚਣ ਦੇ ਸਮੁੱਚੀਆਂ ਸੰਗਤਾਂ ਦਾ ਪਰਿਵਾਰ ਵੱਲੋਂ, ਸਮੁੱਚੀ ਗ੍ਰਾਮ ਪੰਚਾਇਤ ਇਲਾਕਾ ਵੱਲੋਂ ਤਹਿ ਦਿਲੋਂ ਧੰਨਵਾਦ। ਸੋ ਜਿੱਥੇ ਕਿ ਗੁਰੂ ਘਰ ਦੇ ਵਿੱਚ ਆਪਾਂ ਵਿਰਾਜਮਾਨ ਬੈਠੇ ਹਾਂ, ਸੋ ਮੈਂ ਪਹਿਲਾਂ ਵੀ ਆਪ ਜੀ ਨਾਲ ਸਾਂਝਾ ਕੀਤਾ ਕਿ ਇਸ ਪਰਿਵਾਰ ਦਾ ਸਾਹ ਪਿਆਰ। ਸੋ ਸਤਿਗੁਰਾਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਇਸ ਪਰਿਵਾਰ ਨੇ ਜੋ ਆਪਣੇ ਦਸਵੰਧ ਕੱਢੇ ਨੇ ਧਾਰਮਿਕ ਸੰਸਥਾਵਾਂ ਵਾਸਤੇ, ਜੋ
सेवा भेंट की है। सो मैं उन्होंने संस्थावां का नाम लवांगा, जो भी उन्होंने संस्थावां के कोई सेवादार इतने है ने, वो सरदार मनजीत सिंह जी बिट्टू, सरपंच गुरचरण सिंह जी साबका सरपंच, उन्होंने को ये माया वो अपनी आगे माया इन्हों तो लै सकते हैं। सो बड़ा गुरुद्वारा साहब 1100 रुपया, दमदमा गुरुद्वारा साहब 1100 रुपया, बाबा जीवन सिंह जी गुरुद्वारा साहब 1100 रुपया, बाबा रविदास भगत जी गुरुद्वारा साहब 1100 रुपया, गुरुद्वारा श्री जड़सर साहब 1100 रुपया, जो लखियाने वाला शमशान घाटा ਉਹਦੇ ਲਈ 11000 रुपया, गुरु नानक सेवा सोसाइटी ਲਈ 1100 रुपया, गुरुद्वारा दमदमा मेहजाना साहब गुरुद्वारा मेहजाना साहब वास्ते 1100 रुपया, जो सीनियर सैकेंडरी स्कूल है अपने लिए ਉਹਦੇ ਲਈ 1100 रुपया, प्राइमरी स्कूल के लिए 1100 रुपया, जो बटूर वाली सड़क से डेरा रानी बला है ਉਹਦੇ ਲਈ 1100 रुपया। सो जो दिल्ली के किसान अंदोलन चल रहा ਉਹਦੇ ਲਈ इस परिवार वालों 51000 रुपया जोड़ा वो दिता गया, जो कि माया है वो सरदार मनजीत सिंह जी बिट्टू ग्वालियर उन्होंने को सरपंच गुरचरण सिंह साबका सरपंच उन्होंने को माया। सो मैं जिन्हें भी नाम इस संस्थावां के लए ने, जो इन्होंने कोई अहदेदार बैठे ने, तो वो इन्होंने नाल मिल के अपनी वो माया जो हासिल कर सकते हैं। सो इन्होंने बेनतियों के नाल मैं आप रल मिल के सतगुरां के चरणों के अरदास बेनती की, रल मिल के आप एक शब्द गई कि संबत साहा लिखिया मिलकर पावो तेल, देहो सज्जना सीसड़ियाँ जो होगा सैब सो सुमेल। सो सतगुरु जी साडे चाचा जी अपने चरणों के निवास स्थान बख्शन, पिछे परिवार को भाणा मनन का बल बख्शन। सो एक बार फिर मैं समूचिया संगतां का परिवार वालों बहुत बहुत धन्यवाद। सो पहला देग वरतेगी, उस तो बाद गुरु का लंगर अटुट वरत रहा। सो आप संगतां नूं बेनती है कि जिन्होंने हल तक लंगर नहीं सकिया वो कृपा करके लंगर छकण की कृपालता कर। एक बार फिर सारिया संगतां का बहुत बहुत धन्यवाद। वाहिगुरू जी का खालसा, वाहिगुरू जी की फतेह। सो बेनती है जी बाबा जी वालों जो देव का अवतारा है वो देव से होगा। सारिया संगतां नूं बेनती है कि देश भर लैन की कृपालता करनी। वाहिगुरू जी का खालसा, वाहिगुरू जी की फतेह। सो बेनती है जी प्रबंधकों वालों के पहला भाई साहब देख लै लें। बीबियों को बेनती है कि मातावां को बेनती है प्लीज 10 मिनट बैठ जाए। पहला भाई साहब देख लैन, उस तो बाद बीबियां दे देंगे। सो परिवार वालों एक सेवा होर दी गई है जी मैं तुहाडे नाल साझी कर लवां। तो मेरे पहला दिमाग में निकल गई थी, मैंने पहला साझी भी की थी कि जो सच्चखंड की सेवा चल रही है, नवा सत्संग तैयार हो रहा, वो जो सेवा वही सेवा परिवार वालों को पाई जाएगी। एक उत्थे एमडी की जो सामने लगी हुई है नाल जी रसीदी है जी उस स्थान पर पाई जाएगी। सच्चखंड के जो बनती सेवा होगी वो परिवार वालों उत्थे सेवा की जाएगी सच्चखंड की। सो मैं समूची प्रबंधक कमेटी गुरुद्वारा साहब दमदमा साहब उन्होंने वालों समूची संगत वालों इस परिवार का धन्यवाद करता। वाहिगुरू जी का खालसा, वाहिगुरू जी की फतेह।
ਵਾਹਿਗੁਰੂ 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 ਵਾਹਿ ਜੀਓ 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 ਕਮਲ ਨੈਣ ਮਧੁਰ ਮੈਨ ਕੋਟ ਸੈਨ ਸੰਗ ਸੋਭ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਤੈਤ ਮਜ ਸੋਧ ਜਿਸੈ ਦਹੀਂ ਪਾਤ ਖਾਏ ਜੀਓ ਵਾਹਿਗੁਰੂ 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 ਵਾਹਿ ਜੀਓ ਵਾਹਿਗੁਰੂ 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 ਵਾਹਿ ਜੀਓ ਵਾਹਿਗੁਰੂ 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 ਵਾਹਿ ਜੀਓ ਦੇਖ ਰੂਪ ਆਦ ਅਨੂਪ ਮੋਹ ਮਾਹਾ ਮਗ ਪਈ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿੰਕਿਨ ਸ਼ਬਦ ਚਨਤ ਕਰ ਖੇਲ ਪਾਏ ਜੀਓ ਵਾਹਿਗੁਰੂ 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 ਵਾਹਿ 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 ਜੀਓ ਕਾਲ ਕਲਮ ਹੁਕਮ ਹਾ
ਚਾਹੇ ਜੀਓ। ਵਾਹਿਗੁਰੂ 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 ਵਾਹਿ 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 ਜੀਓ। ਸਤ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ। ਸਤ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ। ਵਾਹਿਗੁਰੂ 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 ਵਾਹਿ ਜੀਓ। 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 ਕਮਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ। 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 ਕਹਿਤ ਮਾਂ ਜਸ਼ੋਦ ਜਿਸੇ ਦਹੀਂ ਭਾਤ ਖਾਏ ਜੀ। ਵਾਹਿਗੁਰੂ 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 ਵਾਹਿ ਜੀਓ। 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 ਗੁਰਪੂਰੈ ਚਰਨੀ ਲਾਇਆ। ਗੁਰਪੂਰੈ ਚਰਨੀ ਲਾਇਆ। ਗੁਰਪੂਰੈ ਚਰਨੀ ਲਾਇਆ। ਗੁਰਪੂਰੈ ਚਰਨੀ ਲਾਇਆ। ਹਰ ਸੰਗ ਸਹਾਈ ਪਾਇਆ। ਹਰ ਸੰਗ ਸਹਾਈ ਪਾਇਆ। ਗੁਰਪੂਰੈ ਚਰਨੀ ਲਾਇਆ। ਗੁਰਪੂਰੈ ਚਰਨੀ ਲਾਇਆ। ਹਰ ਸੰਗ ਸਹਾਈ ਪਾਇਆ। ਹਰ ਸੰਗ ਸਹਾਈ ਪਾਇਆ। ਗੁਰ
जह जाइए तहाँ सुने जह जाइए तहाँ सुने कर कृपा प्रभु मेरे कर कृपा प्रभु मेरे कर कृपा प्रभु मेरे कर कृपा प्रभु मेरे गुरपुरे चरनी लाया गुरपुरे चरनी लाया हर संग सहाई पाया हर संग सहाई पाया गुरपुरे चरनी लाया गुरपुरे चरनी लाया हर गुण गावो सदा सुभाई हर गुण गावो सदा सुभाई मन चिंदे सगले फल पावो मन चिंदे सगले फल पावो जी के संग सहाई जी के संग सहाई गुरपुरे चरनी लाया गुरपुरे चरनी लाया हर संग सहाई पाया हर संग सहाई पाया गुरपुरे चरनी लाया गुरपुरे चरनी लाया नारायण प्राण आधारा नारायण प्राण आधारा हम संत जनारे नारा हम संत जनारे नारा पतित पुनीत कर लीने पतित पुनीत कर लीने कर कृपा हर जस दीने कर कृपा हर जस दीने गुरपुरे चरनी लाया गुरपुरे चरनी लाया हर संग